मिल बैठी रल बैठी सारी गुरु की संगत नू, गुरु की सांस, गुरु की फतेह। वाहिगुरु जी का खालसा, वाहिगुरु जी की फतेह। ਤੇ ਜੀ ਜਿਵੇਂ ਕਿ ਲਾਸਟ ਮੰਗਲਵਾਰ ਲਾਸਟ ਟਿਊਜ਼ਡੇ ਅਸੀਂ ਇੱਕ ਸੈਸ਼ਨ ਸਕਿਪ ਕਰਨਾ ਪਿਆ ਸਾਨੂੰ ਕਿਉਂਕਿ ਕੁਝ ਸੈਲੀਬ੍ਰੇਸ਼ਨ ਸੀਗੀਆਂ ਉਦੋਂ ਤੇ ਅਸੀਂ ਕਲਾਸ ਨਹੀਂ ਕਰ ਪਾਏ ਸੀ। ਪਰ ਸੀਕੁਅਲ ਕਲਾਸਿਸ ਚੱਲ ਰਹੀਆਂ ਨੇ ਜੀ। ਰਾਮਕਲੀ ਕੀ ਵਾਰ ਤੇ ਭੈਣ ਜੀ ਬੀਬੀ ਮਨਦੀਪ ਕੌਰ ਜੀ ਫਰੋਮ ਦੁਬਈ ਸਾਨੂੰ ਇੱਕ ਇੱਕ ਕਰਕੇ ਪੌੜੀ ਦਾ ਪੂਰਾ ਵੇਰਵਾ, ਪੂਰਾ ਉਹਦਾ ਭਾਵ ਤੇ ਉਹ ਕਿਵੇਂ ਸਾਡੇ ਜੀਵਨ ਸ਼ੈਲੀ 'ਚ ਜੁੜ ਰਹੀਆਂ ਨੇ ਉਹ ਬਿਲਕੁਲ ਵਿਸਤਾਰਪੂਰਵਕ ਸਾਨੂੰ ਸਹਿਜ ਰੂਪ ਨਾਲ ਦੱਸ ਰਹੀਆਂ ਨੇ। ਤੇ ਅੱਜ ਅਸੀਂ ਨੈਕਸਟ ਪੌੜੀ ਰਾਮਕਲੀ ਕੀ ਵਾਰ ਭੈਣ ਜੀ ਤੋਂ ਸਰਵਨ ਕਰਾਂਗੇ ਜੀ। ਤੇ ਆਓ ਸ਼ੁਰੂ ਕਰੀਏ ਕਲਾਸ। ਭੈਣ ਜੀ ਓਵਰ ਟੂ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਟਿੱਕਾ ਸੋ ਬਹਿਣਾ ਸੋਈ ਦੇ ਬਾਣ, ਪਿਓ ਦਾਦੇ ਜਿਵੇਹਾ ਪੋਤਾ ਪਰਵਾਣ, ਜਿਨ ਬਾਸ ਨੇਤਰੇ ਘੱਤਿਆ ਕਰਨੇ ਹੀ ਆਣ, ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਣ, 14 ਰਤਨ ਨਿਕਾਲਿਆਨ ਕੀ ਤੋਨ ਚਾਨਾਣ, ਘੋੜਾ ਕੀਤੋ ਸਹਿਜਦਾ ਜਤ ਕੀਓ ਪਲਾਣ, ਧਨਖ ਚੜਾਇਓ ਸਤ ਦਾ ਜਸ ਹੰਦਾ ਬਾਣ, ਕਲ ਵਿੱਚ ਤੂੰ ਅੰਧਾਰਸਾ ਚੜਿਆ ਰਹਿ ਪਾਣ, ਸਤੋਂ ਖੇਤ ਜਮਾਇਓ ਸਤੋਂ ਛਾਵਾਣ, ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਚਾਰੇ ਕੁੰਡਾ ਸੁਜਿਓ ਮਨ ਮੈਂ ਸ਼ਬਦ ਪਰਵਾਣ, ਆਵਾ ਗੌਣ ਨਿਵਾਰਿਓ ਕਰ ਨਦਰ ਨਿਸਾਨ, ਉਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ, ਝੱਖੜ ਵਾਓ ਨਾ ਡੋਲਈ ਪਰਬਤ ਮੇਰਾਣ, ਜਾਣੇ ਬਿਰਥਾ ਜੀ ਕੀ ਜਾਣੀ ਹੂ ਜਾਣ, ਕਿਆਸਾ ਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਨ, ਦਾਨ ਜੇ ਸਤਿਗੁਰ ਭਾਵਸੀ ਸੋ ਸੱਤੇ ਦਾਨ, ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ, ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਪਿਓ ਦਾਦੇ ਜਿਵੇਹਾ ਪੋਤਰਾ ਪਰਵਾਣ, ਪਿਓ ਦਾਦੇ ਜਿਵੇਹਾ ਪੋਤਰਾ ਪਰਵਾਣ। ਜਿਵੇਂ ਕਿ ਰਾਮਕਲੀ ਕੀ ਵਾਰ, ਇਸ ਵਾਰ ਦੇ ਵਿੱਚ ਅੱਜ ਆਪਾਂ 6 ਨੰਬਰ ਜਿਹੜੀ ਪੌੜੀ ਆ, ਇਸ ਪੌੜੀ ਦਾ ਵਿਚਾਰ ਸਾਰੇ ਆਪਾਂ ਰਲ ਮਿਲ ਕੇ ਸਾਂਝੀ ਕਰਾਂਗੇ। ਇਸ ਪੌੜੀ ਦਾ ਹੁਣੇ ਆਪਾਂ ਪਾਠ ਰਲ ਮਿਲ ਕੇ ਕੀਤਾ ਹੈ, ਪੜ੍ਹਿਆ ਹੈ। ਇਸ ਪੌੜੀ ਦੇ ਵਿੱਚ ਭਾਈ ਸੱਤਾ ਜੀ ਨੇ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਉਹਨਾਂ ਦੇ ਬਾਰੇ ਬੜੇ ਸੁੰਦਰ ਤਰੀਕੇ ਦੇ ਨਾਲ ਬਿਆਨ ਕੀਤਾ। ਜਦੋਂ ਆਪਾਂ ਇਹ ਵਾਰ ਸ਼ੁਰੂ ਕੀਤੀ ਸੀ ਤੇ ਉਸ ਵੇਲੇ ਇਹ ਗੱਲ ਨਾਲ ਸਾਂਝੀ ਕੀਤੀ ਸੀ ਕਿ ਇਸ ਵਾਰ ਨੂੰ ਟਿੱਕੇ ਦੀ ਵਾਰ ਵੀ ਆਖਿਆ ਜਾਂਦਾ ਹੈ। ਸਾਡੇ ਕਈ ਵਿਦਵਾਨ ਇਸ ਵਾਰ ਨੂੰ ਟਿੱਕੇ ਦੀ ਵਾਰ ਵੀ ਆਖਦੇ ਨੇ। ਇਹਦਾ ਮਤਲਬ ਹੈ ਟਿੱਕੇ ਦੀ ਵਾਰ ਕਹਿਣ ਤੋਂ ਭਾਵ ਕਿ ਕਿਸੇ ਨੂੰ ਆਪਣੀ ਜਗ੍ਹਾ ਦੇ ਉੱਤੇ ਸਥਾਪਿਤ ਕਰਦੇ, ਆਪਣੇ ਹੱਕ ਹਕੂਕ, ਆਪਣੀ ਸਾਰੀ ਜ਼ਿੰਮੇਵਾਰੀ ਦੂਸਰੇ ਨੂੰ ਦੇ ਕੇ
ਉਹਨੂੰ ਆਪਣੀ ਜਗ੍ਹਾ ਦੇ ਉੱਤੇ ਜਦੋਂ ਸਥਾਪਿਤ ਕਰ ਦਿੱਤਾ, ਆਪਣਾ ਹੀ ਰੂਪ ਬਣਾ ਦਿੱਤਾ, ਤੇ ਉਹਨੂੰ ਕਹਿ ਦਿੰਦੇ ਨੇ ਪ੍ਰਵਾਨਗੀ ਦੇ ਦਿੱਤੀ। ਟਿੱਕੇ ਦਾ ਮਤਲਬ ਪ੍ਰਵਾਨਿਤ ਕਰ ਦਿੱਤਾ, ਪ੍ਰਵਾਨਗੀ ਦੇ ਦਿੱਤੀ। ਔਰ ਇਸ ਵਾਰ ਦੇ ਵਿੱਚ ਸਿੱਖੀ ਜੀਵਨ ਦੇ ਅਸੂਲ ਨੇ ਜਿਹੜੇ, ਉਹਨਾਂ ਦੇ ਬਾਰੇ ਵੀ ਦੱਸਿਆ ਗਿਆ ਹੈ। ਤੇ ਇਹ ਜਿਹੜੇ ਅਸੂਲ ਨੇ, ਇਹ ਸਿੱਖਾਂ ਦੀ ਹੀ ਜ਼ੁਬਾਨੀ, ਉਹਨਾਂ ਦੀ ਹੀ ਰਸਨਾ ਤੋਂ ਉਚਾਰਨ ਕੀਤੇ ਗਏ ਨੇ। ਗੁਰੂ ਨੇ ਜੋ ਆਖਿਆ, ਜੋ ਬਚਨ ਗੁਰੂ ਨੇ ਆਪਣੇ ਮੂੰਹ ਦੇ ਵਿੱਚੋਂ ਕੱਢ ਦਿੱਤਾ, ਸਿੱਖ ਨੇ ਉਸ ਬਚਨ ਨੂੰ ਕਿਵੇਂ ਮੰਨਿਆ ਹੈ, ਔਰ ਉਸ ਬਚਨ ਨੂੰ ਮੰਨ ਕੇ ਹਰ ਗੁਰੂ ਦਾ ਬਚਨ ਜਿਹੜਾ, ਉਹਨੂੰ ਸੱਤ ਬਚਨ ਆ ਕੇ ਮੰਨਿਆ। ਤੇ ਗੁਰੂ ਨੇ, ਜਦੋਂ ਸਿੱਖ ਨੇ ਵੀ ਹਰ ਬਚਨ ਮੰਨਿਆ, ਤੇ ਗੁਰੂ ਨੇ ਉਹਨੂੰ ਆਪਣੀ ਜਗ੍ਹਾ ਤੇ ਤਸਦੀਕ ਕਰਕੇ ਇੱਕ ਮੋਹਰ ਲਾਈ ਹੈ। ਦੂਸਰੀ ਗੱਲ, ਕੋਈ ਵੀ ਲਿਖਤ ਜਿਹੜੀ ਹੁੰਦੀ ਆ, ਉਹ ਲੋਕ ਮਨਾਂ ਦੇ ਉੱਤੇ ਉਦੋਂ ਹੀ ਆਪਣਾ ਪ੍ਰਭਾਵ ਛੱਡਦੀ ਹੈ ਜਿਸ ਵੇਲੇ ਉਸ ਲਿਖਤ ਨੂੰ ਜਿਹੜਾ ਹੈ ਲੋਕ ਬੋਲੀ ਦੇ ਵਿੱਚ ਜਾਂ ਲੋਕ ਭਾਸ਼ਾ ਦੇ ਵਿੱਚ ਆਖਿਆ ਜਾਵੇ। ਕਿਉਂਕਿ ਜਿਹੜੀ ਆਮ ਬੋਲੀ, ਆਮ ਭਾਸ਼ਾ ਦੇ ਵਿੱਚ ਜਦੋਂ ਅਸੀਂ ਕੋਈ ਗੱਲ, ਜਿਹੜੀ ਅਸੀਂ ਰੋਜ਼ਮਰਾ ਦੀ ਭਾਸ਼ਾ ਬੋਲਦੇ ਹਾਂ, ਜਦੋਂ ਇਹਦੇ ਵਿੱਚ ਕੋਈ ਗੱਲ ਦੂਸਰੇ ਨੂੰ ਸਮਝਾਈ ਜਾਵੇ ਤਾਂ ਇਹ ਗੱਲ ਬੜੀ ਜਲਦੀ ਜਿਹੜੀ ਆ ਉਹ ਪਕੜ ਦੇ ਵਿੱਚ ਆਉਂਦੀ ਹੈ। ਔਰ ਨਾਲ ਹੋਰ ਵੀ ਗੱਲ ਨੂੰ ਸੌਖਾ ਬਣਾਉਣ ਵਾਸਤੇ ਅਸੀਂ ਕਈ ਵਾਰੀ ਉਦਾਹਰਨਾਂ ਦੇ ਦਿੰਦੇ ਹਾਂ, ਜਿਵੇਂ ਫਲਾਨੀ ਚੀਜ਼ ਇਸ ਤਰ੍ਹਾਂ, ਫਲਾਣਾ ਕੰਮ ਇਸ ਤਰ੍ਹਾਂ, ਉਦਾਹਰਨ ਦੇ ਕੇ ਸਮਝਾਇਆ ਜਾਵੇ ਤੇ ਜਿਹੜੀ ਗੱਲ ਆ ਬਹੁਤ ਸੌਖੇ ਤਰੀਕੇ ਦੇ ਨਾਲ ਸਮਝ ਆਉਂਦੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹ ਬੜੀ ਵੱਡੀ ਖਾਸੀਅਤ ਆ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਵੀ ਲਿਖਿਆ ਗਿਆ ਹੈ, ਇੱਕ ਤਾਂ ਆਮ ਬੋਲਚਾਲ ਦੀ ਭਾਸ਼ਾ ਜਿਹੜੀ ਉਸ ਟਾਈਮ ਵਰਤੀ ਜਾਂਦੀ ਸੀ, ਆਮ ਬੋਲਚਾਲ ਦੀ ਭਾਸ਼ਾ, ਉਹਦੇ ਵਿੱਚ ਲਿਖਿਆ ਗਿਆ ਤਾਂ ਕਿ ਗੱਲ ਜਿਹੜੀ ਆ ਉਹ ਸੌਖੀ ਸਮਝ ਦੇ ਵਿੱਚ ਆ ਜਾਵੇ। ਔਰ ਦੂਸਰਾ, ਇਹਦੇ ਵਿੱਚ ਜਿਹੜੀਆਂ ਉਸ ਟਾਈਮ ਮਿੱਥਾਂ ਚੱਲਦੀਆਂ ਸੀ, ਜਿਹਨੂੰ ਮਿਥਿਹਾਸਕ ਆਪਾਂ ਕਹਾਣੀਆਂ ਜਾਂ ਮਿਥਿਹਾਸਕ ਸਾਖੀਆਂ ਕਹਿੰਦੇ ਆ, ਉਹਨਾਂ ਦਾ ਵਰਣਨ ਜਿਹੜਾ ਹੈ ਉਹ ਵੀ ਕੀਤਾ ਗਿਆ। ਉਹਨਾਂ ਮਿੱਥਾਂ ਦਾ ਵਰਣਨ, ਉਹਨਾਂ ਮਿਥਿਹਾਸਕ ਕਹਾਣੀਆਂ ਦਾ ਵਰਣਨ ਤਾਂ ਕੀਤਾ ਗਿਆ ਹੈ ਕਿਉਂਕਿ ਲੋਕ ਮਨਾਂ ਦੇ ਉੱਤੇ ਉਹਨਾਂ ਦੀ ਇੱਕ ਡੂੰਘੀ ਛਾਪ ਸੀ, ਤੇ ਉਹਨਾਂ ਦੀ ਉਦਾਹਰਨ ਲੈ ਕੇ ਸੱਚੇ ਪਾਤਸ਼ਾਹ ਨੇ ਉਪਦੇਸ਼ ਜਿਹੜਾ ਹੈ ਉਹ ਆਪਣਾ ਸਮਝਾਇਆ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਸਾਧਨ ਉਹੋ ਹੀ ਵਰਤੇ ਨੇ, ਪਰ ਸਿਧਾਂਤ ਜਿਹੜਾ ਹੈ ਉਹ ਸੱਚੇ ਪਾਤਸ਼ਾਹ ਨੇ ਆਪਣਾ ਦਿੱਤਾ ਹੈ। ਜੇ ਇਹਨੂੰ ਹੋਰ ਵੀ ਆਪਾਂ ਇੱਕ ਬਹੁਤ ਸੌਖੀ ਗੱਲ ਦੇ ਵਿੱਚ, ਇੱਕ ਦੁਨੀਆਦਾਰੀ ਵਾਲੀ ਗੱਲ 'ਚ ਸਮਝਣਾ ਹੋਵੇ ਤੇ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਜਿਵੇਂ ਕਿਸੇ ਨੂੰ ਭੁੱਖ ਲੱਗੀ ਹੈ ਤੇ ਉਹਨੂੰ ਬਜਾਏ ਇਸ ਗੱਲ ਦੇ ਕਿ ਅਸੀਂ ਆਖੀਏ ਤੈਨੂੰ ਭਾਂਡਾ ਨਵਾਂ ਦੇ ਦਿੰਦੇ ਆ, ਤੈਨੂੰ ਨਵਾਂ ਬਰਤਨ ਲਿਆ ਕੇ ਉਹਦੇ 'ਚ ਰੋਟੀ ਪਾ ਕੇ ਦਿੰਦੇ ਆ, ਉਹਦੇ ਨਾਲੋਂ ਵਧੀਆ ਇਹ ਆ ਕਿ ਜਿਹੜਾ ਬਰਤਨ ਉਹਦੇ ਕੋਲ ਹੈਗਾ ਹੈ ਉਸ ਬਰਤਨ ਦੇ ਵਿੱਚ ਉਹਨੂੰ ਖਾਣਾ ਪਰੋਸ ਕੇ ਦੇ ਦਿੱਤਾ ਜਾਵੇ ਤਾਂ ਕਿ ਉਹਦੀ ਤ੍ਰਿਪਤੀ ਹੋ ਜਾਵੇ। ਇਸੇ ਤਰ੍ਹਾਂ ਗੁਰਬਾਣੀ ਮਨ ਦੀ ਗੱਲ ਕਰਦੀ ਹੈ। ਸੱਚੇ ਪਾਤਸ਼ਾਹ ਨੇ ਭਾਂਡੇ ਉਹੀ ਵਰਤੇ ਨੇ, ਬਰਤਨ ਉਹੀ ਵਰਤੇ ਨੇ ਜਿਹੜੇ ਚੱਲਦੇ ਪਏ ਸੀ, ਪਰ ਉਹਨਾਂ ਬਰਤਨਾਂ ਦੇ ਵਿੱਚ ਜਿਹੜੀ ਚੀਜ਼ ਪਾ ਕੇ ਦਿੱਤੀ ਆ, ਜਿਹੜਾ ਉਪਦੇਸ਼ ਆਤਮਾ ਦੇ ਵਾਸਤੇ ਪਾ ਕੇ ਦਿੱਤਾ ਹੈ, ਉਹ ਉਪਦੇਸ਼ ਸੱਚੇ ਪਾਤਸ਼ਾਹ ਨੇ ਆਪਣਾ ਪਾ ਕੇ ਦਿੱਤਾ ਹੈ। ਸਾਧਨ ਬੇਸ਼ੱਕ ਉਹ ਵਰਤੇ ਨੇ, ਮਿਥਿਹਾਸਕ ਗੱਲਾਂ ਬੇਸ਼ੱਕ ਉਹ ਵਰਤੀਆਂ ਨੇ, ਪਰ ਉਹਨਾਂ ਦੇ ਵਿੱਚ ਜਿਹੜਾ ਉਪਦੇਸ਼ ਆ, ਜਿਹੜਾ ਸਿਧਾਂਤ ਆ, ਉਹ ਉਹਨਾਂ ਨੇ ਆਪਣਾ ਦਿੱਤਾ ਹੈ ਤਾਂ ਕਿ ਇਹ ਗੱਲਾਂ ਜਿਹੜੀਆਂ ਨੇ ਬੜੇ ਸੌਖੇ ਤਰੀਕੇ ਦੇ ਨਾਲ ਪਕੜ ਦੇ ਵਿੱਚ, ਸਮਝ ਦੇ ਵਿੱਚ ਆ ਜਾਣ ਤੇ ਅਸੀਂ ਇਹਨਾਂ ਗੱਲਾਂ ਨੂੰ ਸਮਝ ਕੇ ਆਪਣਾ ਆਤਮਿਕ ਜੀਵਨ ਜਿਹੜਾ ਹੈ ਉਹ ਸੁਧਾਰ ਸਕੀਏ। ਇਸ ਵਾਰ ਦੇ ਵਿੱਚ ਅਸੀਂ ਇਹ ਵੀ ਗੱਲ ਸਮਝੀ ਸੀ ਕਿ ਜਿਹੜਾ ਸਿੱਖ ਆ, ਸਿੱਖ ਨੇ ਗੁਰੂ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਣਾ। ਆਖਰ ਸਿੱਖ ਦਾ ਵੀ ਤੇ ਇੱਕ ਨਜ਼ਰੀਆ ਹੁੰਦਾ ਹੈ ਨਾ ਗੁਰੂ ਨੂੰ ਦੇਖਣ ਦਾ। ਸਿੱਖ ਨੇ ਜੋ ਵੀ ਗੁਰੂ ਦਾ ਬਚਨ ਆ ਉਹਨੂੰ ਕਿਵੇਂ ਮੰਨਣਾ ਹੈ ਤੇ ਉਹਨੂੰ ਮੰਨ ਕੇ ਕਿਵੇਂ ਪ੍ਰਵਾਨ ਚੜ੍ਹਨਾ ਹੈ, ਉਹ ਅਸੀਂ ਇਹਨਾਂ ਪੌੜੀਆਂ ਦੇ ਵਿੱਚ ਬੜਾ ਬਾਖੂਬੀ ਜਿਹੜਾ ਵਰਣਨ ਆ ਭਾਈ ਬਲਵੰਡ ਜੀ, ਭਾਈ ਸੱਤਾ ਜੀ ਨੇ ਉਹ ਕੀਤਾ ਹੈ। ਜਿਹੜੀ ਅੱਜ ਵਾਲੀ ਪੌੜੀ ਆ, ਇਸ 6 ਨੰਬਰ ਪੌੜੀ ਦੇ ਵਿੱਚ ਭਾਈ ਸੱਤਾ ਜੀ ਨੇ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਬਾਰੇ ਬਿਆਨ ਕੀਤਾ ਹੈ। ਤੇ ਬਿਆਨ ਕਰਦਿਆਂ ਹੋਇਆਂ ਗੁਰੂ ਅਮਰਦਾਸ ਜੀ ਨੂੰ ਪੋਤਰਾ, ਧੰਨ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਪਿਤਾ ਤੇ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ
दादा लिखिया। जदों आपां पढ़दे हां सो टिक्का सो बहना सोई दी बान, प्यो दादे जे विहा पोता परवान। जिवें धन गुरु अंगद साहब महाराज पिता दे रूप दे विच, धन धन गुरु नानक साहब महाराज दादे दे रूप दे विच परवान चढ़े ने, उस निरंकारी दर दे उत्ते परवान चढ़े ने, उसे तरह उस निरंकारी दर दे उत्ते धन धन गुरु अमरदास महाराज पोतरे दे रूप दे विच परवान चढ़े ने। हुण ये असीं सोचीए भाई सत्ता जी, ये तुसीं किहड़ी बंसावली आ जिहड़ी तुसीं सानूं समझाउंदे पए, ये किहड़ी बंसावली तुसीं जिहड़ी आ वो चलाई आ ते सानूं किहड़ी बंसावली बारे दसदे पए। भाई सत्ता जी आखदे ने ये गुरमत दी बंसावली है, ये गुरु दी मत लैण वाली जिहड़ी अंस बंसिया वो चलदी। जे हुण दुनियादारी दी बंसावली दी आपां गल करिए ते दुनियादारी दे विच जिहड़े धन धन गुरु नानक साहब महाराज ने, उन्हां दे जिहड़े पिता जी ने मेहता कल्याण दास जी ने, बच्चे जिहड़े ने उन्हां दे बाबा श्री चंद जी, बाबा लक्ष्मी दास जी ने। इसे तरह धन धन गुरु अंगद साहब महाराज, तिन्हां दे पिता जी बाबा फेरूमल जी ते बच्चे बाबा दादू जी, बाबा दासू जी ने। ते तीसरी पीढ़ी गुरु अमरदास महाराज, इन्हां दे पिता जी बाबा तेजभान जी ते इन्हां दे अगे जिहड़े सपुत्र ने वो बाबा मोहन जी ते बाबा मोरी जी। वो ते मतलब ये बंसावली ना होई। ते जे दुनियादारी च देखिए तो उस तरह भी जिहड़ा गुरु अंगद साहब महाराज का रिश्ता गुरु अमरदास जी के नाल वो कुड़माचारी का रिश्ता है, क्योंकि गुरु अंगद साहब महाराज की सपुत्री बीबी अमरो जी गुरु अमरदास महाराज के भतीजे भाई जस्सू जी के नाल विआही हुई है। ते ये जिहड़ा इन्हां दा आपस च जिहड़ा रिश्ता वा वो कुड़माचारी वाला है। उम्र दे विच भी जिहड़े गुरु अंगद साहब महाराज ने वो गुरु अमरदास जी तो छोटे ने, ते आपस दे विच गुरु नानक पातशाह ते गुरु अमरदास जी दा जे उम्र दा फर्क वेखिए ते वो भी कोई 10 साल दा ही बन। फिर ये प्यो पुत ते दादा ये किहड़ी बंसावली है, ये बंस किहड़ी चली, ये अंश बंस किहड़ी हुई। भाई सत्ता जी आखदे ने ये बंसावली आ गुरमत दी। जदों सिक्खी दे घर दे विच जन्म हुंदा है, जदों असीं गुरमत जिहड़ी आ वो हासिल करदे हां, ये गुरमत दी बंसावली चलदी अज तीसरी पीढ़ी गुरु अमरदास महाराज दे कोल आई, जिहदे बारे आख्या जांदा है सतगुर के जन्मे गवन मिटाया। जदों सिक्खी दे घर दे विच साडा जन्म हुंदा है ना, ते उस जन्म दे विच साडे जिहड़े माता पिता ने वो गुरदेव माता, गुरदेव पिता, गुरदेव स्वामी परमेश्वर। गुरु ही साडी मां है, गुरु ही साडा पिता है, ते असीं उस गुरु दे बच्चे। हुण बच्चे बनना किवें है, ये तो गल असीं मनदे हां भी गुरु साडे माता पिता है, पर असीं बच्चे कहण नूं थोड़ी, असल च बच्चे बनना ना आपां। बच्चे बनना किवें? बच्चे असीं उदों बनना है जदों असीं अपना आप गुरु दे अगे समर्पित करते हैं, जदों असीं आपा भाव जिहड़ा है ना वो गुरु दे अगे जो मतलब जो गुरु च है वो सिख च दिसे। जिवें साडे विच साडियां रगां दे विच, क्योंकि माता पिता दे संजोग तो साडी उत्पत्ति हुई है, ते साडियां रगां दे विच जिहड़ा खून आ वो माता पिता दा चल रहा है। इसे तरह जे गुरु साडा माता पिता है ते फिर जो गुरमत जो जीवन जाच गुरु दे विच चल रही है, ओह जीवन जाच ते ओह गुरमत जिहड़ी आ वो असीं हंडाउणी, वो सिख ने हंडाउणी। जदों गुरु वाली मत सिख हंडाउंदा है, सिख दे विच भी ओह ही मत चलदी है जिहड़ी गुरु दे विच चलदी है, ते फिर असीं गुरु दे बच्चे अखवाउने आ। जो गुरु च चल रहा है ओह ही सिख ते चल रहा। आखदे ने गुरु सिख, सिख गुरु है, एको गुरु उपदेश चलाए। जदों इको ही चीज हो गए ते फिर असीं गुरु दे पुत्र बन गए। इत्थे गुरमत दी बंसावली आ, ते गुरमत दी बंसावली दे अनुसार सानू की आख्या जांदा है, असीं नादी पुत्र धीआं। गुरु महाराज आखदे ना भी असीं एक बिंदी पुत्र धी ते एक नादी, असीं कहने असीं नादी पुत्र धी। हुण नाद दा मतलब की हुंदा? नाद दा मतलब हुंदा आवाज। भी आवाज दे के, आवाज दा मतलब आवाज तो भाव बचन, जिहड़ी आवाज गुरु ने दे दित्ती,
जो बचन गुरु ने अपने मुंह बोल दिता, उस बचन नूं इन बिन उसे तरह कोई किंतु परंतु नहीं, कोई दोज नहीं, कोई तेज नहीं, वो बचन गुरु की आवाज ते उसे तरह मान लेना, तां असीं नादी पुत्तर धीआं। जे असीं उस बचन नूं नहीं मानदे ते फिर कहण नूं असीं बेशक कहीए भी असीं नादी पुत्तर ते धी आ, पर जे असीं उस बचन नूं मनदे आ जो गुरु ने आवाज दे दित्ती, जो गुरु ने बचन कर दिता, असीं ओनूं उसे दा उसा ही मन्निया, ते फिर असीं की होए नादी पुत्तर धी, फिर असीं हकदार आ गुरमत दी बंसावली दे, फिर असीं हकदार आ नादी पुत्तर धीआं अखवाउण दे। हुण बाबा सत्ता जी इस पौड़ी च आपां की समझाउंदे? बाबा सत्ता जी कहंदे ने, कहंदे सो टिक्का। हुण टिक्के तो भाव आ राजे दा पुत्तर, राजे दे पुत्तर नूं राजकुमार कहा जांदा है, ते राजकुमार नूं टिक्का भी आख्या जांदा है। एक तो मतलब ये है। दूसरा मतलब टिक्के दा है तिलक ला देना, जिवें पुजारी लोग तिलक ला देंदे ना मस्तक, वो तिलक लाउण दा मतलब, पुजारी दे तिलक लाउण दा मतलब हुंदा है प्रवानगी दे देनी। क्यों पिछले जमाने च लोग पुजारी कोलों पुछण जांदे सी कोई ना कोई गलबात, ते जदों पुजारी ने पत्तरी खोल के प्रवानगी देनी हुंदी सी ते वो तिलक ला दिंदा सी। कहना जो उन्हें तिलक ला दिता, समझो पुजारी दी जिहड़ी है ना वो प्रवानगी वो मिल गई, उन्होंने आख्या जाता टिक्का। असीं भी ते साडे घरां च भी ये रस्म चलदी है ना टिक्कियां वाली, सीधे रूप च नहीं चलदी। जदों पुत्तर धी दा विआह करदे आ तो केसर घोल के टिक्का लाउंदे आ, असीं भी ये रस्म उत्थों ही चलदी आई है पुजारी दी प्रवानगी पर। असीं उंज नहीं लवाउंदे, असीं बोधी वाले पुजारी को नहीं लवाउंदे, असीं गुरु ग्रंथ साहिब महाराज दी हजूरी च बैठ के लाई जांदे आ, वो गल इक वक्खरी है। सो तिलक का मतलब महाराज आखदे ने भी तिलक करनी होए, तिलक तू केड़ा बनाना, उच्चे करतार नूं तिलक बनाना। इत्थे बाबा सत्ता जी कहंदे सो टिक्का, जानी ओही प्रवानगी, ओही नूर, ओही खड़ा, ओही सारा कुछ, सब कुछ ओही जेड़ा गुरु नानक पातशाह दा, गुरु अंगद पातशाह। अगे कहंदे सो बहना, बहना तो भाव तखत, जेड़ा निरंजनी तखत, जेड़ी निरंजनी छतर ते तखत सी, जेड़ा गुरु अंगद पातशाह दे कोल, गुरु नानक पातशाह दे कोल, ओही तखत इत्थे है, सोई दीवान ते ओही दरबार है। भाव सो टिक्का, सो बहना, सोई दीवान, ओही टिक्का, ओही नूर, ओही चेहरे दा खड़ा, ओही तखत आ, ओही दरबार आ, जेड़ा गुरु अंगद साहब महाराज नूं धन धन गुरु नानक पातशाह दे कोलों मिलिया सी। जेड़ियां बख्शिशां गुरु अंगद पातशाह नूं धन धन गुरु नानक पातशाह दे कोलों मिलिया सी, अज ओही सारियां बख्शिशां जेड़ियां ने वो गुरु अमरदास महाराज नूं बख्श दित्तियां ने, दे दित्तियां ने गुरु अंगद साहब महाराज ने। अज ओही चेहरे ते उन्हां दे खड़ा है, ओही तखत आ ते ओही दरबार लगा है। अगे आखदे प्यो दादे जेवे हा पोता परवार। कहंदे ने पिता गुरु अंगद साहब महाराज, दादा गुरु नानक साहब महाराज, पिता वांगर ते अपने दादे दे वांग गुरु अमरदास महाराज तीजी पीढ़ी के रूप दे विच अज पोतरे के रूप दे विच परवान चढ़ गए, परवान चढ़ गए ने। ओही निरंजनी छतर ते तखत दे अज मालिक बन के बह गए ने। ओही जोत ते जुगत जिहड़ी तुरी आउंदी सी, अज तीजी पीढ़ी पोतरे के रूप दे विच वो जोत ते जुगत है अज गुरु अमरदास पातशाह दे कोल है। ते ये मिले किवें? क्योंकि उन्होंने घाल मर्दी घाली, मर्दां वाली जदों घाल घाली है ना, जदों मर्दां वाली आके सेवा की आ, फिर जिहड़ी ये जोत ते जुगत असीं कहने बाबा सत्ता जी ये किवें तुसीं किवें कह दिता भी ओही सारा कुछ है। बाबा सत्ता जी कहंदे अगे पढ़ो, बाबा सत्ता जी कहंदे पौड़ी नूं पढ़ो अगे। मैं क्यों क्या भी ये सारा कुछ ओही है, क्यों ओही दरबार है, ओही तखत है, ओही सब कुछ है। पता क्यों? क्योंकि जन बासक नेत्रे घत्या कर नहीं तां। क्यों आपां पहलियां पौड़ियां च भी पढ़िया सी, कर मेर मधान 14 रतन निकाले ना पहुंच भी पढ़ के आए हैं गुरु अंगद पातशाह गुरु नानक पातशाह दे विच। ओही जिवें बासक दा मतलब हुंदा शेषनाग। हुण इत्थे बासक दा मतलब है टेढ़ा मन, जिवें नाग नूं सप नूं वल पए हुंदे आ ना, उसे तरह साडा मन जिहड़ा है ना ये टेढ़ा होया पिया, मन नूं भी वल पए ने। कहंदे ने शेष नाग जिन बासक नेत्रे घत्या कर नेही तान। नेही, नेही दा मतलब हुंदा वा जिन्हों पंजाबी दे विच नेहणी कहा जांदा, जिहदे आसरे ते मधानी जिहड़ी है ना टिकी हुंदी। एक लकड़ी दा ढक्कन जिहा हुंदा इस तरह,
ਉਹ ਢੱਕਣ ਦੇ ਵਿੱਚ ਇਸ ਤਰ੍ਹਾਂ ਮਧਾਣੀ ਫਿੱਟ ਹੋ ਜਾਂਦੀ ਆ, ਉਹ ਮਧਾਣੀ ਉਹਦੇ ਆਸਰੇ ਤੇ ਟਿਕੀ ਰਹਿੰਦੀ। ਉਹਨੂੰ ਕਹਿੰਦੇ ਨੇਹੀ, ਨੇਹੀ ਕਹਿੰਦੇ ਜਾਂ ਨੇਹਣੀ ਕਹਿੰਦੇ। ਕਹਿੰਦੇ ਗੁਰੂ ਅਮਰਦਾਸ ਜੀ ਮਨ ਰੂਪੀ ਨਾਗ ਨੂੰ ਨੇਤਰਾ ਬਣਾ ਲਿਆ। ਨੇਤਰਾ ਬਣਾ ਕੇ ਤੇ ਆਤਮਕ ਬਲ ਨੂੰ, ਆਤਮਕ ਤਾਕਤ ਨੂੰ ਨੇਹੀ ਬਣਾ ਲਿਆ। ਤੇ ਨੇਹੀ ਬਣਾ ਕੇ ਕੀਤਾ ਕਿ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ। ਜਿਹੜਾ ਸਰੀਰ ਰੂਪੀ ਸਮੁੰਦਰ ਆ ਨਾ, ਇਹਨੂੰ ਰਿੜਕਿਆ। ਇਸ ਸਰੀਰ ਰੂਪੀ ਸਮੁੰਦਰ ਨੂੰ ਰਿੜਕਿਆ ਕਿਵੇਂ? ਉੱਚੀ ਸੁਰਤ ਨੂੰ ਮਧਾਣੀ ਬਣਾ ਲਿਆ। ਜਦੋਂ ਉੱਚੀ ਸੁਰਤ ਨੂੰ ਮਧਾਣੀ ਬਣਾ ਕੇ ਤੇ ਮਨ ਰੂਪੀ ਨਾਗ ਨੂੰ ਨੇਤਰਾ ਬਣਾ ਲਿਆ, ਆਤਮਕ ਬਲ ਨੂੰ ਨੇਹੀ ਬਣਾ ਲਿਆ, ਨੇਹੀ ਬਣਾ ਕੇ ਇਸ ਸਰੀਰ ਰੂਪੀ ਸਮੁੰਦਰ ਨੂੰ ਰਿੜਕਿਆ। ਕਿਉਂਕਿ ਸਰੀਰ ਵੀ ਇੱਕ ਸਮੁੰਦਰ, ਕਹਿੰਦੇ ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਜਦੋਂ ਸਰੀਰ ਨੂੰ ਰਿੜਕਣ ਦੀ ਗੱਲ ਤਾਂ ਕਰਕੇ ਆ, ਸਾਰਾ ਕੁਝ ਸਾਡੀ ਇਸ ਦੇਹੀ ਦੇ ਅੰਦਰ ਆ, ਸਰੀਰ ਦੇ ਅੰਦਰ ਹੈ। ਮਨ ਵੀ ਸਰੀਰ ਦੇ ਵਿੱਚ ਆ। ਸੇਵਾ, ਸਬਰ, ਸਦਕ, ਧੀਰਜ, ਸਾਰਾ ਕੁਝ ਇੱਥੋਂ ਹੀ ਨਿਕਲਣਾ, ਸਰੀਰ ਦੇ ਵਿੱਚੋਂ ਨਿਕਲਣਾ। ਇਸ ਕਰਕੇ ਸਰੀਰ ਨੂੰ ਰਿੜਕਣ ਦੀ ਗੱਲ ਆ। ਕਹਿੰਦੇ ਗਿਆਨ ਦੀ ਤਲਵਾਰ ਦੇ ਨਾਲ ਆਪਣੇ ਆਪ ਨਾਲ ਲੜਨਾ ਹੈ। ਆਪਣੇ ਆਪ ਨੂੰ ਜਦੋਂ ਸ਼ਬਦ ਦੇ ਨਾਲ ਜਦੋਂ ਰਿੜਕਿਆ ਹੈ ਆਪਣੇ ਸਰੀਰ ਨੂੰ, ਤੇ ਫਿਰ ਕੱਢਿਆ ਕਿ 14 ਰਤਨ ਨਿਕਾਲਿਆਨ ਕਿ ਤੋਨ ਚਨਾ। ਹੁਣ ਆਪਾਂ ਪੜ੍ਹਿਆ ਸੀ ਵੀ ਉਹਨਾਂ ਨੇ ਸਮੁੰਦਰ ਰਿੜਕਿਆ ਤੇ 14 ਰਤਨ ਕੱਢੇ। ਬਾਬਾ ਸੱਤਾ ਜੀ ਕਹਿੰਦੇ ਸਾਨੂੰ ਨਹੀਂ ਪਤਾ, ਸਾਨੂੰ ਇੰਨਾ ਪਤਾ ਵੀ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਸਰੀਰ ਰੂਪੀ ਸਮੁੰਦਰ ਰਿੜਕਿਆ ਹੈ ਨਾ, ਆਤਮਕ ਬਲ ਨੂੰ ਨੇਹਣੀ ਬਣਾ ਕੇ ਤੇ ਮਧਾਣੀ ਬਣਾਈ ਉੱਚੀ ਸੁਰਤ ਦੀ, ਤੇ ਇਹਨੂੰ ਰਿੜਕ ਕੇ ਜਿਹੜੇ 14 ਰਤਨ ਕੱਢੇ ਨੇ, ਉਹ 14 ਰਤਨ ਉਹਨਾਂ ਨੇ ਕਿਹੜੇ ਕੱਢੇ ਨੇ? ਉਹਨਾਂ ਨੇ ਰੱਬੀ ਗੁਣਾਂ ਵਾਲੇ ਰਤਨ ਕੱਢੇ। ਰੱਬੀ ਗੁਣ ਜਿਹੜੇ ਨੇ ਉਹ ਕੱਢੇ ਤੇ ਸਾਰੀ ਦੁਨੀਆ ਦੇ ਵਿੱਚ ਚਾਨਣ ਕਰ ਦਿੱਤਾ। ਹੁਣ ਕਿਵੇਂ ਕਿਵੇਂ ਇੱਥੇ ਤੁਸੀਂ ਦੇਖਿਓ ਵੀ ਪਿਓ ਪੁੱਤਰ ਤੇ ਪੋਤਰੇ ਵਾਲੀ ਗੱਲ ਕੀ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਦੁਨੀਆ ਦੇ ਵਿੱਚ ਚਾਨਣ ਕੀਤਾ ਸੀ। ਗੁਰੂ ਅੰਗਦ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਮਾਤਾ ਖੀਵੀ ਜੀ ਨੂੰ ਬਰਾਬਰ ਦਾ ਦਰਜਾ ਹਾਸਲ ਸੀ। ਮਾਤਾ ਖੀਵੀ ਜੀ ਨੇ ਕਿੰਨੇ ਸੇਵਾ ਦੇ ਪੁੰਜ ਸੀ। ਉਹਨਾਂ ਦਾ ਨਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਹੈ। ਉਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਨੇ ਦੁਨੀਆ ਦੇ ਵਿੱਚ ਚਾਨਣ ਕੀਤਾ। ਔਰਤ ਦੇ ਹੱਕ ਦੀ ਆਵਾਜ਼ ਜਿਹੜੇ ਉਹਨਾਂ ਦੇ ਦਾਦਾ ਜੀ ਤੇ ਪਿਤਾ ਜੀ ਨੇ ਚਲਾਈ ਸੀ, ਔਰਤ ਦੇ ਹੱਕ 'ਚ ਆਵਾਜ਼ ਚੁੱਕੀ ਸੀ, ਉਹੋ ਹੀ ਆਵਾਜ਼ ਅੱਜ ਗੁਰੂ ਅਮਰਦਾਸ ਪਾਤਸ਼ਾਹ ਨੇ ਚੁੱਕ ਕੇ ਸਤੀ ਪ੍ਰਥਾ ਜਿਹੜੀ ਰਸਮ ਸੀ, ਕੋਝੀ ਰਸਮ ਜਿਹੜੀ, ਇਹਨੂੰ ਬੰਦ ਕਰਾਇਆ। ਹਨੇਰ ਸਾਈਂ ਦਾ ਆਖਣ ਲੱਗੇ, ਅੱਜ ਜਿਹੜਾ ਦੇਖੋ ਪਤੀ ਮਰ ਗਿਆ ਤੇ ਪਤਨੀ ਨੂੰ ਜਿੰਦਾ ਸੁੱਟ ਦਿਓ, ਉਹਨੂੰ ਕੋਈ ਹੱਕ ਨਹੀਂ। ਘੁੰਡ ਪ੍ਰਥਾ ਬੰਦ ਕਰਾਈ ਵੀ ਔਰਤ ਆਪਣਾ ਮੂੰਹ ਢੱਕ ਕੇ ਰੱਖੇ। ਆਖਣ ਲੱਗੇ ਬੰਦਿਆ ਤੂੰ ਨਾ ਸੁਧਰੀ, ਔਰਤ ਵਿਚਾਰੀ ਆਪਣਾ ਜਿਹੜਾ ਮੂੰਹ ਆ ਉਹ ਢੱਕ ਕੇ ਰੱਖੇ। ਇਹ ਪ੍ਰਥਾ ਬੰਦ ਕਰਾਈ। ਵਿਧਵਾ ਵਿਆਹ ਜਿਹੜਾ ਸੀ ਉਹਦੇ ਲਈ ਕਾਨੂੰਨ ਪਾਸ ਕਰਾਇਆ। ਔਰਤਾਂ ਦੇ ਹੱਕ ਦੇ ਵਿੱਚ ਇੰਨਾ ਵਧੀਆ ਕੰਮ ਕੀਤਾ। ਇਹ ਉਸ ਜ਼ਮਾਨੇ ਦੇ ਵਿੱਚ ਕੰਮ ਉਹੋ ਹੀ ਕਰ ਸਕਦਾ ਸੀ ਜਿਹਦੀ ਸੁਰਤ ਉੱਚੀ ਸੀ, ਜਿਹਨੇ ਆਪਣੀ ਉੱਚੀ ਸੁਰਤ ਦੇ ਨਾਲ ਇਹ ਦਾਤਾਂ ਪ੍ਰਾਪਤ ਕੀਤੀਆਂ ਸੀ। ਰੱਬੀ ਦਾਤਾਂ ਪ੍ਰਾਪਤ ਕਰਕੇ ਆਪਣੇ ਪਿਓ ਤੇ ਆਪਣੇ ਦਾਦਾ ਜੀ ਵਾਂਗਰ ਉਹੋ ਹੀ ਨਿਯਮ ਜਿਹੜੇ ਨੇ, ਉਹੋ ਹੀ ਸਿਧਾਂਤ ਜਿਹੜੇ ਨੇ ਉਹ ਚਲਾ ਰਹੇ ਨੇ ਉੱਚੀ ਸੁਰਤ ਵਾਲੇ। ਇਹ ਸੂਰਬੀਰ ਤੇ ਯੋਧਿਆਂ ਦਾ ਕੰਮ ਸੀ ਉਹਨਾਂ ਦਿਨਾਂ ਦੇ ਵਿੱਚ ਇਹੋ ਜਿਹੇ ਗੱਲਾਂ ਜਿਹੜੀਆਂ ਕਰਨੀਆਂ। ਔਰ ਇਹ ਆਵਾਜ਼ਾਂ ਦੂਸਰੇ ਦੇ ਹੱਕ ਵਾਸਤੇ ਆਵਾਜ਼ ਚੁੱਕਣੀ, ਇਹ ਕੋਈ ਯੋਧਾ ਬੰਦਾ ਹੀ ਚੁੱਕ ਸਕਦਾ, ਦੂਜਾ ਨਹੀਂ ਚੁੱਕ ਸਕਦਾ। ਤੇ ਜਿਹੜਾ ਸੂਰਬੀਰ ਹੁੰਦਾ ਹੈ ਉਹਦੇ ਕੋਲ ਸਵਾਰੀ ਵੀ ਕੋਈ ਨਾ ਕੋਈ ਬਹੁਤ ਜ਼ਰੂਰ ਹੁੰਦੀ ਹੈ। ਸੂਰਬੀਰ ਦੇ ਕੋਲ ਹਥਿਆਰ ਵੀ ਹੁੰਦੇ ਨੇ, ਸਵਾਰੀ ਵੀ ਹੁੰਦੀ। ਬਾਬਾ ਸੱਤਾ ਜੀ ਕਹਿੰਦੇ ਘੋੜਾ ਕੀਤੋ ਸਹਿਜ ਦਾ ਜਤ ਕੀ ਉਹ ਪਲਾਨ। ਹੁਣ ਉਹਨਾਂ ਦਿਨਾਂ ਦੇ ਵਿੱਚ ਸਵਾਰੀ ਕਿਹੜੀ ਸੀ? ਲੋਕੀ ਘੋੜਿਆਂ ਤੇ ਜਾਂਦੇ ਸੀ। ਕਹਿੰਦੇ ਗੁਰੂ ਅਮਰਦਾਸ ਜੀ ਦੇ ਕੋਲ ਵੀ ਘੋੜਾ ਹੈ, ਉਹਨਾਂ ਦੇ ਕੋਲ ਵੀ ਸਵਾਰੀ ਹੈ, ਪਰ ਉਹਨਾਂ ਦੇ ਕੋਲ ਘੋੜਾ ਪਤਾ ਕਿਹੜਾ ਹੈ, ਕਿਹੜੀ ਸਵਾਰੀ ਆ? ਉਹਨਾਂ ਦੇ ਕੋਲ ਘੋੜਾ ਕੀਤੋ ਸਹਿਜ ਦਾ ਅਡੋਲ ਅਵਸਥਾ। ਜਿੱਥੇ ਜਾਂਦੇ ਨੇ ਉੱਥੇ ਸਹਿਜ ਨੂੰ ਆਪਣੇ ਨਾਲ ਲੈ ਕੇ ਜਾਂਦੇ ਨੇ। ਜਿਸ ਜਗ੍ਹਾ ਤੇ ਵੀ ਜਾਂਦੇ ਨੇ, ਇਹ ਜਿਹੜੀ ਸਹਿਜ ਦੀ ਸਵਾਰੀ ਆ, ਅਡੋਲ ਅਵਸਥਾ ਦੀ ਸਵਾਰੀ ਉਹਨਾਂ ਦੇ ਨਾਲ ਹੀ ਰਹਿੰਦੀ। ਤੇ ਹੁਣ ਸਵਾਰੀ ਦੇ ਉੱਤੇ ਕੋਈ ਕਾਠੀ ਵੀ ਪਾਈ ਹੋਣੀ ਚਾਹੀਦੀ। ਪਲਾਨ ਦਾ ਮਤਲਬ ਹੁੰਦਾ ਕਾਠੀ, ਤੇ ਕਾਠੀ ਕਾਹਦੀ ਪਾਈ ਹੈ? ਜਤ ਦੀ। ਯਾਨੀ ਆਪਣੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਦੇ ਵੱਲੋਂ ਰੋਕ ਕੇ ਕਾਬੂ ਰੱਖਿਆ ਹੈ। ਬਾਬਾ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਇਸ ਤਰ੍ਹਾਂ ਦੇ ਘੋੜੇ ਤੇ, ਸਹਿਜ ਦੇ ਘੋੜੇ ਤੇ ਸਵਾਰ ਨੇ ਕਿ ਮਰਿਆਦਾ ਪੂਰਵਕ ਜੀਵਨ ਜੇ ਦੇਖਣਾ ਹੋਵੇ ਤੇ ਗੁਰੂ ਅਮਰਦਾਸ ਮਹਾਰਾਜ ਆਪਣੀ ਮਿਸਾਲ ਆਪ
ਜਿੱਥੇ ਵੀ ਜਾਂਦੇ ਨੇ ਅਡੋਲ ਅਵਸਥਾ ਦੇ ਵਿੱਚ, ਸਦਾ ਹੀ ਅਡੋਲ ਅਵਸਥਾ ਦੇ ਵਿੱਚ ਰਹਿੰਦੇ ਨੇ, ਸਹਿਜ ਦੇ ਵਿੱਚ ਰਹਿੰਦੇ ਨੇ। ਤੇ ਇਸ ਅਡੋਲ ਅਵਸਥਾ ਦੇ ਵਿੱਚ ਰਹਿੰਦਿਆਂ ਆ ਉਹਨਾਂ ਕੋਲ ਹਥਿਆਰ ਪਤਾ ਕਿਹੜਾ ਹੈ? ਧਨਕ ਚੜਾਇਓ ਸੱਤ ਦਾ, ਜਸ ਹੰਦਾ ਬੰਦ। ਹੁਣ ਧਨੁਸ਼ ਵੀ ਹੁੰਦਾ ਸੂਰਬੀਰਾਂ ਦੇ ਕੋਲ ਕੋਈ, ਤੇ ਉਹਨਾਂ ਦੇ ਕੋਲ ਕਾਹਦਾ ਧਨੁਖ ਆ? ਉਹਨਾਂ ਦੇ ਕੋਲ ਜਿਹੜਾ ਧਨੁਖ ਆ ਉਹ ਸਚਿਆਰੇ ਜੀਵਨ ਦਾ ਹੈ। ਤੇ ਉਹਦੇ ਵਿੱਚ ਜਿਹੜਾ ਉਹ ਤੀਰ ਪਾਉਂਦੇ ਆ ਉਹ ਰੱਬੀ ਸਿਫਤ ਸਲਾਹ ਦਾ ਪਾਉਂਦੇ। ਉਸ ਸਚਿਆਰੇ ਜੀਵਨ ਦੇ ਵਿੱਚ ਜਦੋਂ ਸਚਿਆਰਾ ਜੀਵਨ ਆ ਤੇ ਉਸ ਜੀਵਨ ਦੇ ਵਿੱਚ ਆਪਣੇ ਮੁਖ ਦੇ ਵਿੱਚੋਂ ਜਦੋਂ ਰੱਬੀ ਸਿਫਤ ਸਲਾਹ ਦੇ ਬੋਲ ਕੱਢਦੇ ਨੇ, ਜਦੋਂ ਰੱਬੀ ਸਿਫਤ ਸਲਾਹ ਦੇ ਬਚਨ ਬੋਲਦੇ ਨੇ, ਤੇ ਉਹ ਜਿਹੜੇ ਤੀਰ ਆ ਨਾ ਉਹ ਅਣਿਆਲੇ ਤੀਰ ਬਣ ਕੇ ਲੱਗਦੇ ਨੇ। ਜਿਹੜੀ ਸੰਗਤ ਆਉਂਦੀ ਆ ਉਹਨੂੰ ਉਹ ਰੱਬੀ ਸਿਫਤ ਸਲਾਹ ਦੇ ਤੀਰ ਐਸੇ ਅਣਿਆਲੇ ਤੀਰ ਬਣ ਕੇ ਲੱਗਦੇ ਨੇ ਜਿਵੇਂ ਭਾਈ ਸੱਜਣ ਨੂੰ ਲੱਗਿਆ ਸੀ। ਸੱਜਣ ਠੱਗ ਕਹਿੰਦੇ ਸੀ ਤੇ ਭਾਈ ਸੱਜਣ ਬਣ ਗਿਆ। ਭੂਮੀਆਂ ਚੋਰ ਕਹਿੰਦੇ ਸੀ ਤੇ ਭਾਈ ਭੂਮੀਆਂ ਬਣ ਗਿਆ, ਜਿਵੇਂ ਉਹਨਾਂ ਦੇ ਦਾਦਾ ਜੀ ਨੇ, ਜਿਵੇਂ ਉਹਨਾਂ ਦੇ ਪਿਤਾ ਗੁਰੂ ਅੰਗਦ ਪਾਤਸ਼ਾਹ ਨੇ ਹਿਮਾਯੂ ਨੂੰ ਤੀਰ ਮਾਰਿਆ, ਉਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਦੇ ਤੀਰ, ਇਹ ਸ਼ਬਦਾਂ ਦੇ ਤੀਰ ਜਿਸ ਵੇਲੇ ਅਕਬਰ ਨੇ ਸੁਣੇ ਤੇ ਅਕਬਰ ਦਰਬਾਰ ਦੇ ਵਿੱਚ ਹਾਜ਼ਰ ਹੋ ਗਿਆ। ਅੱਗੇ ਕਹਿੰਦੇ ਬਾਬਾ ਸੱਤਾ ਜੀ, ਕੱਲ ਵਿੱਚ ਧੂ ਅੰਧਾਰ ਸਾ ਚੜਿਆ ਰਹਿ ਭਾਣ। ਕਹਿੰਦੇ ਸੰਸਾਰ ਵਿੱਚ ਜਿਹੜਾ ਵਿਕਾਰਾਂ ਦਾ ਘੋਰ ਹਨੇਰਾ ਛਾਇਆ ਪਿਆ, ਅੰਧਕਾਰ ਛਾਇਆ ਪਿਆ ਹੈ। ਗੁਰੂ ਜੀ ਤੁਸੀਂ ਇਸ ਅੰਧਕਾਰ ਦੇ ਵਿੱਚ, ਇਸ ਘੋਰ ਹਨੇਰੇ ਦੇ ਵਿੱਚ ਸੂਰਜ ਦੀਆਂ ਕਿਰਨਾਂ ਦੇ ਵਾਂਗੂ ਚਮਕ ਰਹੇ। ਭਾਣ ਦਾ ਮਤਲਬ ਹੁੰਦਾ ਸੂਰਜ। ਸੂਰਜ ਦੀਆਂ ਕਿਰਨਾਂ ਦੇ ਵਾਂਗਰ ਚਮਕ ਕੇ ਸਾਰੇ ਪਾਸੇ ਆਪਣੇ ਆਤਮਿਕ ਜੀਵਨ ਦੀਆਂ ਜਿਹੜੇ ਬੋਲ ਨੇ, ਜਿਹੜੇ ਬਚਨ ਨੇ ਰੱਬੀ ਸਿਫਤ ਸਲਾਹ ਦੇ, ਉਹਨਾਂ ਨੂੰ ਵੰਡ ਕੇ ਸਾਰੇ ਪਾਸੇ ਜਿਹੜਾ ਉਹ ਪ੍ਰਕਾਸ਼ ਕਰਦੇ। ਤੇ ਪ੍ਰਕਾਸ਼ ਇਸ ਤਰ੍ਹਾਂ ਦਾ ਕਰਦੇ ਪਏ ਹੋ, ਸੱਤੋਂ ਖੇਤ ਜਮਾਇਓ ਸੱਤੋਂ ਸ਼ਾਵਾਂ, ਕਿ ਸੱਚ ਦੀ ਤੁਸੀਂ ਸਮਝਾਣੀ, ਸੱਤੋਂ ਉੱਚਾ ਕਿਰਦਾਰ, ਉੱਚੇ ਕਿਰਦਾਰ ਦਾ ਸੱਚ ਦੀ ਤੁਸੀਂ ਖੇਤੀ ਬੀਜ ਰਹੇ ਹੋ। ਤੇ ਇਸ ਖੇਤੀ ਦੇ ਵਿੱਚ ਜਿਹੜੀ ਫਸਲ ਪੈਦਾ ਹੋ ਰਹੀ ਆ ਨਾ, ਉਹ ਫਸਲ ਵੀ ਜਿਹੜੀ ਆ ਉਹ ਸੱਚ ਦੀ ਉਪਜ ਰਹੀ ਹੈ, ਤਾਂ ਕਿ ਅੱਗੇ ਤੋਂ ਅੱਗੇ ਜਿਹੜੇ ਇਹ ਰੱਬੀ ਨਿਜ਼ਮ ਨੇ, ਇਹ ਸੱਚ ਆ ਜਿਹੜਾ, ਇਹ ਚੰਗੇ ਗੁਣ ਆ, ਰੱਬੀ ਸਿਫਤ ਸਲਾਹ ਦੇ ਗੁਣ ਆ। ਜਿਵੇਂ ਫਸਲ ਅੱਗੇ ਤੋਂ ਅੱਗੇ ਪਹੁੰਚਦੀ ਆ, ਉਸੇ ਤਰ੍ਹਾਂ ਤੁਸੀਂ ਸੱਚ ਦੀ ਐਸੀ ਖੇਤੀ ਬੀਜ ਰਹੇ ਹੋ ਕਿ ਸਾਰੇ ਜਿਹੜੇ ਰੱਬੀ ਸਿਫਤ ਸਲਾਹ ਦੇ ਗੁਣ ਆ ਨਾ, ਇਹ ਅੱਗੇ ਤੋਂ ਅੱਗੇ ਸੰਗਤਾਂ ਦੇ ਤੱਕ ਪਹੁੰਚ ਰਹੇ। ਤੇ ਜਿਵੇਂ ਆਤਮਿਕ ਜੀਵਨ ਨੂੰ ਤੁਸੀਂ ਬਲ ਦੇ ਰਹੇ ਹੋ, ਤੁਹਾਡੇ ਆਤਮਿਕ ਜੀਵਨ ਦਾ ਜਿਹੜੇ ਬਚਨ ਨੇ ਉਹ ਆਤਮਿਕ ਜੀਵਨ ਉੱਚਾ ਕਰ ਰਹੇ ਨੇ, ਉਸੇ ਤਰ੍ਹਾਂ ਤਨ ਨੂੰ ਤਾਕਤ ਦੇਣ ਵਾਸਤੇ ਤੁਹਾਡੀ ਰਸੋਈ ਵੀ ਬੜੀ ਵਧੀਆ। ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਖਾਣ ਦਾ ਮਤਲਬ ਇੱਥੇ ਖੰਡ ਹੈ, ਕਿ ਤੁਹਾਡੀ ਰਸੋਈ ਦੇ ਵਿੱਚ ਸਰੀਰ ਨੂੰ ਤਾਕਤ ਦੇਣ ਵਾਸਤੇ, ਜੇ ਮਾਤਾ ਖੀਵੀ ਜੀ ਦੇ ਲੰਗਰਾਂ ਦੇ ਵਿੱਚ ਘਿਓ ਵਾਲੀ ਖੀਰ ਵਰਤਾਈ ਜਾਂਦੀ ਸੀ ਨਾ, ਤੇ ਉਹੋ ਹੀ ਤੁਸੀਂ ਆਪਣੇ ਮਾਤਾ ਪਿਤਾ ਵਾਂਗਰ ਉਹੋ ਹੀ ਲੰਗਰਾਂ ਦੀ ਰਸਮ ਚਾਲੂ ਰੱਖੀ ਆ। ਤੇ ਤੁਹਾਡੀ ਰਸੋਈ ਦੇ ਵਿੱਚ ਜਿਹੜਾ ਉਹ ਸਰੀਰ ਨੂੰ ਤਾਕਤ ਦੇਣ ਵਾਸਤੇ ਬੜੇ ਉੱਤਮ ਪਦਾਰਥ ਜਿਹੜੇ ਆ ਉਹ ਪੱਕ ਰਹੇ, ਉੱਤਮ ਪਦਾਰਥ ਬਣ ਰਹੇ ਆ। ਤੁਹਾਡੇ ਉੱਤਮ ਬਚਨ ਜਿਹੜੇ ਨੇ ਉਹ ਆਤਮਿਕ ਜੀਵਨ ਨੂੰ ਬਲ ਦੇ ਰਹੇ ਨੇ, ਤੇ ਜਿਹੜੀ ਤੁਹਾਡੀ ਰਸੋਈ ਦੇ ਵਿੱਚ ਉੱਤਮ ਪਦਾਰਥ ਪੱਕ ਰਹੇ ਨੇ ਉਹ ਸਾਡੇ ਤਨ ਨੂੰ ਬਲ ਦੇ ਰਹੇ ਨੇ। ਕਹਿੰਦੇ ਚਾਰੇ ਕੁੰਡਾਂ ਸੁਝੇ ਉਸ ਮਨ ਮੈਂ ਸ਼ਬਦ ਪ੍ਰਵਾਨ। ਹੇ ਗੁਰੂ ਅਮਰਦਾਸ ਮਹਾਰਾਜ ਜੀ, ਤੁਹਾਡੇ ਮਨ ਦੇ ਵਿੱਚ ਸ਼ਬਦ ਦਾ ਪਰਵਾਨਾ ਹੈ। ਤੁਹਾਡੇ ਮਨ ਦੇ ਵਿੱਚ ਤੁਸੀਂ ਸ਼ਬਦ ਦੇ ਨਾਲ ਇੱਕਮਿਕ ਹੋਏ, ਤੇ ਜਿਨ੍ਹਾਂ ਦੇ ਉੱਤੇ ਤੁਹਾਡੀ ਇਹ ਮਿਹਰ ਦੀ ਨਿਗਾਹ ਪੈ ਜਾਂਦੀ ਆ, ਜਿਨ੍ਹਾਂ ਦੇ ਉੱਤੇ ਤੁਹਾਡੀ ਬਖਸ਼ਿਸ਼ ਹੋ ਜਾਂਦੀ ਆ ਨਾ, ਉਹਨਾਂ ਨੂੰ ਫਿਰ ਸਾਰੇ ਪਾਸੇ, ਚਾਰੇ ਪਾਸੇ ਦੀ ਸੋਝੀ ਹੋ ਜਾਂਦੀ ਹੈ। ਉਹਨਾਂ ਨੂੰ ਹਰ ਪਾਸੇ ਸਰਬ ਵਿਆਪਕ ਪ੍ਰਭੂ ਜਿਹੜਾ ਨਾ ਫਿਰ ਦਿਸਣ ਲੱਗ ਪੈਂਦਾ। ਜਿਹੜਾ ਉਹ ਤੇਰ ਮੇਰ ਦੀ ਭਾਵਨਾ ਚ ਫਸੇ ਆ ਨਾ, ਉਹ ਇਹਦੇ ਚੋਂ ਨਿਕਲ ਜਾਂਦੇ ਆ। ਤੇ ਜਦੋਂ ਤੇਰ ਮੇਰ ਦੀ ਭਾਵਨਾ ਚੋਂ ਨਿਕਲ ਗਏ, ਫਿਰ ਕੀ ਹੁੰਦਾ? ਆਵਾ ਗੌਣ ਨਿਵਾਰਿਓ ਕਰ ਨਦਰ ਨਸ਼ਾ। ਤੇ ਤੁਹਾਡੀ ਬਖਸ਼ਿਸ਼ ਦੀ ਨਿਗਾਹ ਜਦੋਂ ਪੈਂਦੀ ਆ, ਫਿਰ ਜਿਹੜਾ ਆਵਾ ਗੌਣ ਦਾ ਚੱਕਰ ਆ ਨਾ, ਇਹਦੇ ਚੋਂ ਮੁਕਤ ਹੋ ਜਾਂਦੀਆਂ ਸਨ। ਹੁਣ ਆਵਾ ਗੌਣ ਦਾ ਚੱਕਰ ਕਿਹੜਾ? ਜਿਹੜਾ ਅਸੀਂ ਇੱਕ ਦਿਨ ਦੇ ਵਿੱਚ ਕਈ ਵਾਰ ਜੰਮਦੇ ਆ ਤੇ ਕਈ ਵਾਰ ਮਰਦੇ ਆ। ਅਸੀਂ, ਸਾਡਾ ਪਤਾ ਨਹੀਂ ਕਿੰਨੀ ਕੁ ਵਾਰੀ ਜਨਮ ਹੁੰਦਾ ਤੇ ਕਿੰਨੀ ਕੁ ਵਾਰੀ ਅਸੀਂ ਮਰਦੇ ਆ, ਕੋਈ ਪਤਾ ਨਹੀਂ। ਇੱਥੇ ਉਸ ਆਵਾ ਗੌਣ ਦੀ ਗੱਲ ਆ। ਇੱਕ ਤੇ ਆਵਾ ਗੌਣ ਹੈਗਾ ਸਰੀਰਕ ਰੂਪ, ਅਸੀਂ ਆਏ ਆ ਤੇ ਜਾਣਾ, ਪਰ ਮਨ ਦੇ ਰੂਪ ਦੇ ਤਲ ਦੇ, ਮਨ ਦੇ ਤਲ ਤੇ, ਸੁਰਤ ਦੇ ਤਲ ਤੇ ਅਸੀਂ ਪਤਾ ਨਹੀਂ ਕਿੰਨੀ ਕੁ ਵਾਰੀ ਦਿਨ ਦੇ ਵਿੱਚ ਜਨਮਦੇ ਆ, ਕਿੰਨੀ ਕੁ ਵਾਰੀ ਅਸੀਂ ਮਰਦੇ ਆ। ਮਹਾਰਾਜ ਜਿਹੜਾ ਤੁਹਾਡੇ ਸ਼ਬਦ ਨੂੰ ਸਮਝ ਲੈਂਦਾ, ਕਿਉਂਕਿ ਤੁਹਾਡੀ ਤੇ ਬਖਸ਼ਿਸ਼ ਸਾਰਿਆਂ ਦੇ ਪੈ ਰਹੀ ਹੈ। ਅਸੀਂ ਨਦਰ ਦਾ ਪਾਤਰ ਕਿਵੇਂ ਬਣਨਾ ਹੈ ਅਸੀਂ ਦੇਖਣਾ ਹੈ।
हुण बच्चा कहंदा ना भी मैं नहीं जी मैनूं पढ़ाई आऊ ते मैं स्कूल जाऊं, असीं कहंदे बेटा स्कूल जाएगा ते पढ़ाई आऊगी। इसे तरह गुरु अमरदास जी का शब्द जिन्हें समझिया वो आपे उन्हां दी मेहर दी निगाह दे विच हो गया। सच्चे पातशाह जिहड़ा तुहाडी मेहर दी निगाह दे विच हो गया ना, ओहदा आवागौण जिहड़ा वा ना वो निवारिया कट्टिया। कहन लगे औतरिया अवतार लै सो पुरख सजा। गुरु नानक साहब जी वांग धन धन गुरु अंगद साहब महाराज, हे गुरु अमरदास पातशाह, हे सच्चे पातशाह जी, तुसीं भी रब्बी गुणा वाले दाती। सानू नहीं पता, असी रब नहीं जे वेखिया, पर असी तुहानू वेखिया ते सानू इंज लगदा भी तुसीं रब आ, कोई इहदे तो उपर रब हो ही नहीं सकदा। तुसीं परमेश्वर, तुसीं परमेश्वर हो, तुसीं उस गुणा वाले हो, तुसीं सब कुछ हो। सानू ते तुहाडे रूप दे विच ही जिहड़ा है ना वो परमेश्वर नजर आउंदा भी तुसीं आप ही परमेश्वर हो गुरु अमरदास महाराज जी। अगे कहंदे झक्खड़ वाव ना डोलई पर्वत मेरा। जिवें कई तरह दियां हनेरियां आउंदियां ने, कई कुछ आउंदा ते सुमेर पर्वत जिहड़ा उत्थे डिग खड़ा रहिंदा है ना, उसे तरह बाबा सत्ता जी ने उदाहरण दित्ती। कहंदे जिवें कूड़ कपड़ ते झूठ दियां कई हनेरियां वगियां, बहुत हनेरियां वगियां ने, तुहानू भी कईयां ने तुहाडी निंदा भी कीती, बहुत कुछ होया वा सच्चे पातशाह, तुहानू भी कई गल्लां आखियां ने, पर तुसीं अपनी सहज अवस्था दे विच होण करके तुसीं अडोल खड़े। तुहानू कोई वो जिहड़ी निंदा कर रहा, कोई कुछ कर रहा, तुहानू तुसीं ओनू कोई इस तरह नहीं लैंदे, तुसीं अपने आप दे विच सहज अवस्था दे विच अडोल खड़े। जाने बिरथा जी की जानी हो जान। ये सच्चे पातशाह जी इन्ने प्यार दे विच आ गए, भाई सत्ता जी इन्ने प्यार च आ गए, किते गुरु अमरदास महाराज जी मूरत अपने हिरदियां च आपां लिया के देखिए, किते असीं भी लिया के देखी, असीं उस प्यार च आके देखी। भाई सत्ता जी कहंदे तुसीं अपने प्यारियां दी पीड़ा समझदे हो, तुसीं उन्हां दे मनां दी अवस्था समझदे हो, तुसीं दुख सुख समझदे हो, तुसीं जानी जानो। क्यों जानी जानो? क्योंकि बिन बोलिया सब कुछ जानदा, किस आगे की अरदास। गुरु अमरदास पातशाह जी तुसीं तां बिना बोलिया सब कुछ जानदे हो। मैं किवें अरदास करां, मैं की बोलां, किहड़े बोलां दे नाल मैं अरदास करां? सच्चे पातशाह तुहानू ते तुसीं तां आत्मक सोझी देण वाले हो। जे तुसीं मन दे, तुसीं तन दे दुख कटदे, तुसीं मन दे भी दुख कटदे। मैं अरदास किहदे अगे करां? मैनूं ते मेरे कोल बोल ही नहीं है। अगे होर प्यार दे विच आके भाई सत्ता जी प्यार दी सिखर देखो, भाई सत्ता जी दी आखदे ने क्या सलाही सच्चे पातशाह जां तू सुगड़ सजान। हे सच्चे पातशाह जी मैं तुहाडी वडियाई किवें करां? मेरे कोल शब्द ही नहीं हैगे, मेरे कोल कोई बोल ही नहीं हैगे, मैं तुहाडी वडियाई कर सकां। मैं किन्ना बोलां दे नाल तुहाडी वडियाई करां? मैं उस काबिल ही नहीं है। बाबा बलवंड जी ने भी आख्या सी ना, क्यों बोल होवे जोखीम दे, कि साडे कोल कोई बोल होवे ते असी तुहाडी वडियाई कर सकीए। गुरु नानक पातशाह इहो ही गल भाई सत्ता जी आखदे ने, कहंदे तुसीं सुगड़े हो, तुसीं सुजान हो, तुसीं सारे गुणां दे मालक हो, तुसीं सब दे मनां दियां जानण वाले हो। गुरु अमरदास पातशाह सच्चे पातशाह साडे मेरे कोल बोल नहीं हैगे जी भी मैं तुहाडी सिफत भी कर सकां। मैं किवें तुहाडी सिफत करां? मैं जानदा ही नहीं। मैनूं ते इन्ना पता है कि दान जे सतगुर भाव सी सो सत्ते दान, कि जेड़ी दात तुहानू चंगी लगदी आ ना, इत्थे सो सत्ते, इत्थे भाई सत्ता जी दा नाम आया है कि जेड़ी दात तुहानू चंगी लगदी आ ना, ओह ही तुहाडे दर दे सेवक सत्ते नू भी ओह ही चंगा लगदा। जिस हाल च तुसीं रखदे हो सच्चे पातशाह मैं उस हाल दे विच खुश हां। मैनूं ते इन्ना पता, बस इस तो ज्यादा मैं कुछ नहीं जानदा। कि ये प्यार दी सिखर नहीं, इनू मुहब्बत दी सिखर, इनू प्रीत दी सिखर कहा जाता है। जिस मुहब्बत दी सिखर दे विच आके भाई सत्ता जी ने ये बोल लिखे। अगे आखदे ने नानक हंदा छतर सिर उमत हैरान। कहंदे धन धन गुरु नानक साहब महाराज, धन धन गुरु अंगद साहब महाराज, सारा कुछ तुहाडे कोल ओही है, ओही निरंजनी छतर आ, ओही तखत आ,
ਉਹੀ ਗੁਣਾ ਦੀ ਹੱਟੀ ਤੁਸੀਂ ਖੋਲ ਕੇ ਬੈਠੇ ਆ। ਜਿਹੜੀ ਹੱਟੀ ਤੁਹਾਡੇ ਦਾਦਾ ਜੀ ਤੇ ਤੁਹਾਡੇ ਪਿਤਾ ਜੀ ਨੇ ਖੋਲੀ ਸੀ, ਉਸ ਹੱਟੀ ਦੇ ਉੱਤੇ ਸਾਡੇ ਵਰਗੇ ਪਤਾ ਨਹੀਂ ਕਿੰਨੇ ਆਉਂਦੇ ਨੇ, ਆਪਣੇ ਔਗਣ ਛੱਡ ਜਾਂਦੇ ਨੇ ਤੇ ਇੱਥੋਂ ਗੁਣ ਲੈ ਜਾਂਦੇ ਨੇ। ਔਰ ਇਹ ਸਾਰੀਆਂ ਚੀਜ਼ਾਂ ਵੇਖ ਕੇ ਨਾ ਸੰਗਤ ਹੈਰਾਨ ਹੈ। ਇੱਥੇ ਹੈਰਾਨ ਦਾ ਮਤਲਬ ਵਿਸਮਾਦ, ਜਿੱਥੇ ਪਿਆਰ ਵਾਲੀ ਹੈਰਾਨਗੀ ਹੋਵੇ, ਉਹ ਸਿਖਰ ਸੰਗਤ ਵਿਸਮਾਦ ਵਿੱਚ ਆਈ ਪਈ। ਵਿਸਮਾਦੋ ਵਿਸਮਾਦ ਸੰਗਤ ਹੋਈ ਪਈ ਆ ਵੀ ਉਹੀ ਚੀਜ਼, ਉਹੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ, ਉਹੀ ਗੁਰੂ ਅੰਗਦ ਪਾਤਸ਼ਾਹ, ਉਹੀ ਅੱਜ ਧੰਨ ਧੰਨ ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ। ਕੋਈ ਫਰਕ ਹੀ ਨਹੀਂ। ਆਖਰ ਤੇ ਆ ਕੇ ਬਾਬਾ ਸੱਤਾ ਜੀ ਕਹਿੰਦੇ ਮੈਨੂੰ ਤਾਂ ਬਸ ਇੰਨਾ ਪਤਾ ਏ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵੇਹਾ ਪੋਤਰਾ ਪਰਵਾਨ। ਉੱਥੇ ਪੋਤਾ ਲਿਖਿਆ, ਆਖਰੀ ਲਾਈਨ ਚ ਪੋਤਰਾ ਲਿਖਿਆ, ਮਤਲਬ ਇੱਕੋ ਹੀ ਵੀ ਸੱਚੇ ਪਾਤਸ਼ਾਹ ਜੀ ਉਹੀ ਤਖਤ, ਉਹੀ ਚਿਹਰੇ ਦਾ ਖੜਾ, ਉਹੀ ਦਰਬਾਰ, ਸਭ ਕੁਛ ਉਹੀ ਜੋ ਪਿਓ ਦੇ ਕੋਲ ਸੀ, ਜੋ ਦਾਦੇ ਦੇ ਕੋਲ ਸੀ, ਤਿਵੇਂ ਹੀ ਅੱਜ ਜਿਹੜਾ ਪੋਤਰਾ, ਕੋਈ ਫਰਕ ਹੀ ਨਹੀਂ। ਆਪਾਂ ਕਈ ਵਾਰੀ ਕਹਿ ਦਿੰਦੇ ਨਾ ਪਿਓ ਪੁੱਤ ਇੱਕੋ ਜਿਹੇ ਲੱਗਦੇ, ਦੇਖੋ ਫਰਕ ਹੀ ਕੋਈ। ਉਸੇ ਤਰ੍ਹਾਂ ਉਹ ਕਹਿੰਦੇ ਨੇ ਉਹੀ ਪੀੜ੍ਹੀ ਚੱਲੀ ਆਉਂਦੀ ਆ, ਕੋਈ ਫਰਕ ਹੀ ਨਹੀਂ ਲੱਗਦਾ। ਇੱਥੇ ਗੁਰੂ ਦੀ ਗੁਰਮਤ ਦੀ ਬੰਸਾਵਲੀ ਦੀ ਗੱਲ ਜਿਹੜੀ ਆ ਉਹ ਭਾਈ ਸੱਤਾ ਜੀ ਨੇ ਸਾਨੂੰ ਸਮਝਾਈ। ਜਦੋਂ ਵੀ ਮੈਂ ਇਸ ਪੌੜੀ ਦਾ ਪਾਠ ਕਰਦੀ ਹਾਂ, ਇਹ ਜਦੋਂ ਪਾਠ ਕਰਦੇ ਰਾਮਕਲੀ ਰਾਗ ਦੇ ਵਾਰ ਦਾ, ਤੇ ਇਸ ਪੌੜੀ ਤੇ ਆ ਕੇ ਨਾ ਇੱਕ ਲਾਈਨ ਤੇ ਆ ਕੇ ਕਈ ਵਾਰੀ ਮਨ ਮੇਰਾ ਬੜਾ ਉੱਥੇ ਖੜਾ ਹੋ ਜਾਂਦਾ। ਉਹ ਲਾਈਨ ਆ, ਝੱਖੜ ਵਾਓ ਨਾ ਡੋਲੇ ਪਰਬਤ ਮੇਰਾ। ਮੈਂ ਕਈ ਵਾਰੀ ਸੋਚਦੀ ਅਸੀਂ ਆਪਣੇ ਮਨ ਦੇ ਉੱਤੇ, ਅਸੀਂ ਆਪਣੇ, ਕਿਉਂਕਿ ਅਸੀਂ ਵੀ ਤੇ ਪੁੱਤਰ ਧੀ ਆਏ ਨਾ ਗੁਰੂ ਦੇ, ਤੇ ਅਸੀਂ ਆਪਣੇ ਤੇ ਕਿਉਂ ਨਾ ਇਹ ਚੀਜ਼ ਲਾ ਕੇ ਦੇਖੀ, ਅਸੀਂ ਗੁਰਬਾਣੀ ਲਾ ਕੇ ਦੇਖੀ। ਹੁਣ ਸਾਡੀ ਪਰੇਸ਼ਾਨੀ ਪਤਾ ਕੀ ਹੈ, ਸਾਨੂੰ ਅਸੀਂ ਆਪਣੇ ਆਪ ਨੂੰ ਦੂਜਿਆਂ ਦੇ ਵਿੱਚੋਂ ਦੇਖਦੇ, ਦੂਜਿਆਂ ਦੀ ਨਿਗਾਹ ਦੇ ਨਾਲ ਦੇਖਦੇ। ਸਾਡੀ ਹਮੇਸ਼ਾ ਕੋਸ਼ਿਸ਼ ਇਹ ਰਹਿੰਦੀ ਆ ਵੀ ਮੇਰੀ ਜਿਹੜੀ ਤਸਵੀਰ ਆ ਨਾ, ਕਿਤੇ ਇਹ ਨਾ ਧੁੰਦਲੀ ਪੈ ਜਾਵੇ, ਸਾਰੇ ਜਾਣੇ ਮੈਨੂੰ ਚੰਗਾ ਕੀ। ਹੁਣ ਜੇ ਦੂਸਰੇ ਬੰਦੇ ਨੇ ਕਹਿਤਾ, ਮੇਰੀ ਸਿਫਤ ਕਰਤੀ, ਵਾਹ ਜੀ ਵਾਹ ਬਹੁਤ ਵਧੀਆ, ਮੈਂ ਖੁਸ਼ ਹੋ ਗਈ। ਉਸੇ ਟਾਈਮ ਦੂਜੇ ਨੇ ਕਹਿਤਾ ਵੀ ਨਹੀਂ 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 ਇਹ ਕੋਈ ਏਡੀ ਵਧੀਆ ਗੱਲ ਨਹੀਂ ਸੀ, ਤੇ ਮੈਂ ਸ਼ੌਕ ਵਿੱਚ ਚਲੀ ਗਈ। ਅਸੀਂ ਆਪਣੇ ਜ਼ਿੰਦਗੀ ਦਾ ਜਿਹੜਾ ਕੰਟਰੋਲ ਆ ਨਾ, ਜਿਹੜਾ ਰਿਮੋਟ ਆ, ਉਹ ਅਸੀਂ ਨਾ ਚਾਹੁੰਦੇ ਹੋਇਆਂ ਵੀ ਦੂਜਿਆਂ ਦੇ ਹੱਥਾਂ ਦੇ ਵਿੱਚ ਦਿੱਤਾ ਹੋਇਆ। ਅਸੀਂ ਦੂਜੇ ਦੇ ਕਹਿਣ ਦੇ ਮੁਤਾਬਕ ਜੋ ਉਹਨਾਂ ਦੀ ਤਰ੍ਹਾਂ ਅਸੀਂ ਖਾਂਦੇ ਆ, ਉਹਨਾਂ ਦੀ ਤਰ੍ਹਾਂ ਅਸੀਂ ਪਹਿਨਦੇ ਆ, ਉਸ ਤਰ੍ਹਾਂ ਹੀ ਅਸੀਂ ਬਹਿੰਦੇ ਉੱਠਦੇ, ਉਸ ਤਰ੍ਹਾਂ ਹੀ ਅਸੀਂ ਖਲੋਂਦੇ ਆ। ਕਿਉਂਕਿ ਇਹ ਸਾਡੇ ਵਿੱਚ ਇੱਕ ਬੜਾ ਇਸ ਤਰ੍ਹਾਂ ਦਾ ਜਿਹੜਾ ਇੱਕ ਤਰਾਸਦੀ, ਇਸੇ ਨੂੰ ਹੀ ਭੇਖ ਕਹਿੰਦੇ ਆ। ਤਾਂ ਹੀ ਤਾਂ ਅਸੀਂ ਭੇਖੀ ਬਣ ਗਏ ਆ, ਕਿਉਂਕਿ ਅਸੀਂ ਦੂਸਰੇ ਦੇ ਮੁਤਾਬਕ ਜਿਹੜਾ ਹੈ ਨਾ ਉਹ ਜੀਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਵੇਖਦੇ ਹਾਂ ਵੀ ਦੂਜੇ ਬੰਦੇ ਨੇ ਮੈਨੂੰ ਕੀ ਕਹਿ ਦਿੱਤਾ ਤੇ ਮੈਂ ਉਹਦੇ ਮੁਤਾਬਕ ਮੈਂ ਜਿਹੜਾ ਨਾ ਜੀਣਾ। ਅਸੀਂ ਆਪਣੇ ਆਪ ਵੱਲ ਨਹੀਂ ਦੇਖਦੇ ਵੀ ਮੈਂ ਕੀ ਆ, ਅਸੀਂ ਆਪਣੇ ਆਪ ਵੱਲ ਝਾਤੀ ਨਹੀਂ ਮਾਰਦੇ। ਜਿਵੇਂ ਨੇ ਇੱਕ ਜਗ੍ਹਾ ਤੇ ਬੜਾ ਰਸ਼ ਸੀ ਤੇ ਉਸ ਰਸ਼ ਦੇ ਵਿੱਚ ਨਾ ਲੋਕੀ ਖੜੇ ਸੀ ਵਿਚਾਰੇ ਇੱਕ ਦੂਸਰੇ ਦੇ ਨਾਲ ਜੁੜ ਕੇ, ਕੋਈ ਜਗ੍ਹਾ ਨਹੀਂ ਸੀ, ਜਗ੍ਹਾ ਥੋੜੀ ਸੀ ਤੇ ਰਸ਼ ਜ਼ਿਆਦਾ ਸੀ। ਕੀ ਹੋਇਆ, ਪਿੱਛੋਂ ਇੱਕ ਆਦਮੀ ਆਇਆ, ਉਹਨੇ ਜ਼ੋਰ ਦੀ ਇੰਜ ਕਰਕੇ ਧੱਕਾ ਮਾਰਿਆ ਤੇ ਇੱਕ ਨੌਜਵਾਨ ਸੀ ਖੜਾ, ਕੋਈ 30-35 ਸਾਲ ਦਾ, ਤੇ ਉਹਦੇ ਨਾਲ ਇੱਕ ਬਜ਼ੁਰਗ ਖੜੇ ਸੀ, ਉਹਦੇ ਕੋਲ ਸੰਭਲਿਆ ਨਾ ਗਿਆ ਤੇ ਉਹ ਡਿੱਗ ਪਿਆ ਤੇ ਉਹ ਜਿਹੜੇ ਬਜ਼ੁਰਗ ਸੀ ਉਹ ਵੀ ਡਿੱਗ ਪਏ। ਹੁਣ ਜਦੋਂ ਬਜ਼ੁਰਗ ਉੱਠ ਕੇ ਸੰਭਲੇ, ਨੌਜਵਾਨ ਵੀ ਉੱਠ ਕੇ ਖੜਾ ਹੋਇਆ, ਹੋਰ ਲੋਕੀ ਵੀ ਵਿਚਾਰੇ ਕਈ ਡਿੱਗੇ, ਤੇ ਜਿਹੜੇ ਬਜ਼ੁਰਗ ਸੀ ਨਾ ਜਿਹੜੇ ਡਿੱਗੇ, ਉਹਨਾਂ ਨੇ ਉਸ ਨੌਜਵਾਨ ਨੂੰ ਨਾ ਬੜੀਆਂ ਹੀ ਮੰਦਾ ਚੰਗਾ ਬੋਲਿਆ, ਗਾਲੀ ਗਲੋਚ ਵੀ ਕੀਤਾ, ਉਹਨੂੰ ਮੰਦਾ ਚੰਗਾ ਵੀ ਬੋਲਿਆ, ਕਈ ਕੁਛ ਉਹਨੂੰ ਕਿਹਾ ਤੇ ਉਹਨੂੰ ਆਖਣ ਲੱਗੇ ਕਿ ਦਿਸਦਾ ਨਹੀਂ, ਕਹਿੰਦੇ ਤੈਨੂੰ ਕਿਵੇਂ ਖੜਾ ਹੋਣਾ, ਤੇ ਕੋ ਸੰਭਲਿਆ ਨਹੀਂ ਜਾਂਦਾ, ਬੜਾ ਹੀ ਕੁਛ ਬੋਲ। ਤੇ ਉਹ ਨੌਜਵਾਨ ਨੇ ਨਾ ਬਸ ਇੱਕੋ ਹੀ ਗੱਲ ਕਹੀ, ਜਦੋਂ ਬਜ਼ੁਰਗ ਬੋਲ ਬਾਲ ਕੇ ਹਟ ਗਏ ਨਾ, ਤੇ ਉਹਨੇ ਸਿਰਫ ਇੰਨੀ ਗੱਲ ਕਹੀ, ਉਹ ਕਹਿੰਦਾ ਬਜ਼ੁਰਗੋ ਮਾਫ ਕਰ ਦਿਓ, ਮੈਨੂੰ ਪਤਾ ਨਹੀਂ ਲੱਗਾ। ਉਹਨੇ ਬਸ ਇੰਨੀ ਗੱਲ ਕਹਿ ਕੇ ਤੇ ਉਹਨੇ ਕਿਹਾ ਮੇਰੇ ਕੋਲੋਂ ਗਲਤੀ ਹੋ ਗਈ, ਬਸ ਇੰਨੀ ਗੱਲ ਕਹਿ ਕੇ ਤੇ ਉਹ ਚੁੱਪ ਹੋ ਗਿਆ। ਹੁਣ ਜਿਹੜਾ ਉਹਦੇ ਪਿੱਛੇ ਬੰਦਾ ਖੜਾ ਸੀ ਉਹ ਬੜਾ ਹੈਰਾਨ ਹੋਇਆ, ਉਹ ਉਹਨੂੰ ਕਹਿੰਦਾ ਵੀ ਗਲਤੀ ਤਾਂ ਤੇਰੀ ਕੋਈ ਨਹੀਂ ਸੀ, ਹੁਣ ਪਿੱਛੋਂ ਧੱਕਾ ਵੱਜਾ, ਮੈਂ ਤੇਰੇ 'ਚ ਵੱਜਾ, ਤੂੰ ਉਹਨਾਂ 'ਚ ਵੱਜਾ, ਤੇ ਤੇਰੇ ਕੋਲ ਸੰਭਲਿਆ ਨਹੀਂ ਗਿਆ, ਤੂੰ ਡਿੱਗ ਪਿਆ ਤੇ ਤੂੰ ਉਹਨਾਂ ਦੇ ਵਿੱਚ ਵੱਜ ਗਿਆ, ਤੇ ਤੇਰੀ ਗਲਤੀ ਤਾਂ ਕੋਈ ਨਹੀਂ ਸੀ, ਤੂੰ ਕਿਉਂ ਮਾਫੀ ਮੰਗੀ?
ਹੁਣ ਸਾਡੇ ਵਰਗੇ ਬੜੇ ਹੁੰਦੇ ना दूजे ਨੂੰ ਕਹਿਣ वाले तू क्यों माफी मंगी तेरी ਕਿਹੜੀ गलती ਉਹ ਕਹਿੰਦੇ तू क्यों माफी मंगी ਉਹ ਕਹਿੰਦਾ ਮੈਨੂੰ पता है कि मेरी गलती नहीं सी ये मैं जानदा गल ये आ भी ਅਸੀਂ ਇੱਥੇ ਕੋਈ 10-15 ਕੋ ਮਿੰਟਾਂ ਤੋਂ ਖੜੇ ਆ ਕੋਈ ਜ਼ਿਆਦਾ ਟਾਈਮ ਤੋਂ ਤੇ ਖੜੇ ਨੇ ਇਹ ਜਿਹੜੇ ਬਜ਼ੁਰਗ ਨੇ ਇਹ ਸਿਰਫ ਮੈਨੂੰ 10 ਜਾਂ 15 ਮਿੰਟਾਂ ਤੋਂ ਹੀ ਜਾਣਦੇ ਆ ਇਸ ਤੋਂ ਪਹਿਲਾਂ ਹੀ ਮੈਨੂੰ ਜਾਣਦੇ ਨੇ ਇਹਨਾਂ ਨੇ 10 ਤੇ 15 ਮਿੰਟਾਂ ਤੋਂ ਮੇਰਾ ਅੰਦਾਜ਼ਾ ਲਾ ਲਿਆ ਤੇ ਮੈਨੂੰ ਗਾਲੀ ਗਲੋਚ ਵੀ ਕੀਤਾ ਮੈਨੂੰ ਇਹ ਵੀ ਕਿਹਾ ਤੈਨੂੰ ਅਕਲ ਨਹੀਂ ਤੈਨੂੰ ਖੜੇ ਨਹੀਂ ਹੋਣਾ ਹੁੰਦਾ ਤੈਨੂੰ ਇੰਜ ਆ ਉਹ ਇਹ ਮੈਨੂੰ ਸਿਰਫ 15 ਮਿੰਟਾਂ ਤੋਂ ਜਾਣਦੇ ਆ ਤੇ ਇਹਨਾਂ ਨੇ ਮੈਨੂੰ ਇੰਨਾ ਕੁਝ ਕਿਹਾ ਕਹਿੰਦਾ ਪਰ ਮੈਂ ਤੇ ਆਪਣੇ ਆਪ ਨੂੰ 30-35 ਸਾਲਾਂ ਤੋਂ ਜਾਣਦਾ ਹਾਂ ਮੈਨੂੰ ਤੇ ਪਤਾ ਹੈ ਨਾ ਵੀ ਮੈਂ ਕੀ ਹਾਂ ਮੈਂ कैसा क्योंकि मैं अपने आप ਨੂੰ 30-35 ਸਾਲ ਤੋਂ ਜਾਣਦਾ ਅਸਲ ਦੇ ਵਿੱਚ ਤਰਾਸਦੀ ਇਹੋ ਹੀ ਆ ਵੀ ਅਸੀਂ ਆਪਣੇ ਆਪ ਨੂੰ ਪਛਾਣਦੇ ਅਸੀਂ ਕਿਸੇ ਦੇ ਬੋਲਾਂ ਦੇ ਨਾਲ ਚੌਧਰੀ ਬਣ ਜਾਂਦੇ ਆ ਤੇ ਦੂਸਰੇ ਦੇ ਜਿਹੜੇ ਬੋਲ ਆ ਉਹਨਾਂ ਦੇ ਨਾਲ ਹੀ ਅਸੀਂ ਸ਼ੌਕ ਵਿੱਚ ਚਲੇ ਜਾਂਦੇ ਆ ਅਸੀਂ ਥੱਲੇ ਡਿੱਗ ਕਿਸੇ ਨੇ ਕਹਿਤਾ ਵਾਹ ਜੀ ਵਾਹ ਅਸੀਂ ਅਸਮਾਨੇ ਚੜ ਗਏ ਕਿਸੇ ਨੇ ਕਹਿਤਾ ਨਾ ਨਾ ਕੁਛ ਗੱਲ ਨਹੀਂ ਬਣੀ ਅਸੀਂ ਸ਼ੌਕ ਦੇ ਵਿੱਚ ਪਾਗਲ ਹੋ ਗਏ ਦੇਖੋ ਆਪਣੇ ਆਪ ਨੂੰ ਆਪ ਪਛਾਣੀ ਜੇ ਬੁਰੇ ਆ ਤਾਂ ਸੁਧਰਨ ਦਾ ਯਤਨ ਕਰੀਏ ਜੇ ਚੰਗੇ ਆ ਜੇ ਪਤਾ ਹੈ ਕਿਉਂਕਿ ਆਪਣੇ ਆਪ ਦਾ ਪਤਾ ਹੁੰਦਾ ਜੇ ਚੰਗੇ ਆ ਤੇ ਫਿਰ ਚੰਗੇ ਫਿਰ ਸਥਿਰ ਰਹੀ ਜਿਹੜੀ ਇਹ ਪੰਕਤੀ ਆ ਨਾ ਝੱਖੜ ਵਾਓ ਨਾ ਡੋਲਈ ਪਰਬਤ ਮੈਰਾਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਜ਼ਿੰਦਗੀ ਤੇ ਲਿਖੀ ਆ ਕਿ ਜਿਵੇਂ ਉਹਨਾਂ ਨੂੰ ਬੜੀ ਨਿੰਦਾ ਚੁਗਲੀ ਕਈਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਪਰਬਤ ਵਾਂਗ ਸਮੇਰ ਪਰਬਤ ਵਾਂਗ ਡਿੱਗ ਰਹੇ ਖੜੇ ਰਹੇ ਕਿ ਅਸੀਂ ਸਥਿਰ ਨਹੀਂ ਰਹਿ ਸਕਦੇ ਜਦੋਂ ਇਸ ਬਾਣੀ ਦੇ ਵਿਚਾਰ ਕਰਦੇ ਆ ਤੇ ਸਿਰਫ ਇਸ ਇੱਕ ਪੰਕਤੀ ਨੂੰ ਲੈ ਕੇ ਅਸੀਂ ਆਪਣੇ ਆਪ ਤੇ ਲਾਈਏ ਕਿ ਅਸੀਂ ਸਥਿਰ ਨਹੀਂ ਰਹਿ ਸਕਦੇ ਇਹ ਇਬਾਦਤ ਆ ਜਿਹੜੀ ਆਪਾਂ ਵਿਚਾਰ ਕਰ ਰਹੇ ਆ ਨਾ ਇਹ ਇੱਕ ਇਬਾਦਤ ਹੈ ਇਹ ਗੱਲਾਂ ਬਾਤਾਂ ਨਹੀਂ ਹੈ ਇਬਾਦਤ ਹੈ ਤੇ ਇਬਾਦਤ ਕਰਨ ਦਾ ਬੰਦਗੀ ਕਰਨ ਦਾ ਮਤਲਬ ਇਹ ਹੁੰਦਾ ਵਾ ਕਿ ਅਸੀਂ ਮਾਨਸਿਕ ਤੌਰ ਤੇ ਬਲਵਾਨ ਬਣਨਾ ਹੈ ਅਸੀਂ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਬਲਵਾਨ ਰੱਖਣਾ ਉਹਨੂੰ ਆਖਿਆ ਜਾਂਦਾ ਝੱਖੜ ਵਾਓ ਨਾ ਡੋਲਈ ਪਰਬਤ ਮੈਰਾਨ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੁਹਾਡੀ ਮਿਹਰ ਦੀ ਨਿਗਾਹ ਜੇ ਸਾਡੇ ਤੇ ਪੈ ਗਈ ਜੇ ਅਸੀਂ ਇਸ ਚੀਜ਼ ਨੂੰ ਸਮਝ ਲਿਆ ਨਾ ਵੀ ਅਸੀਂ ਆਪਣਾ ਮਨ ਸਥਿਰ ਰੱਖਣਾ ਹੈ ਅਸੀਂ ਆਪਣੀ ਨਿਗਾਹ ਨਾਲ ਆਪਣੇ ਆਪ ਨੂੰ ਵੇਖਣਾ ਹੈ ਜੇ ਕਿਸੇ ਨੇ ਮਾੜਾ ਕਿਹਾ ਤੇ ਵਾਕਿਆ ਜੇ ਅਗਲੇ ਨੇ ਸਮਝਾਉਣ ਵਾਸਤੇ ਕਿਹਾ ਹੈ ਤੇ ਫਿਰ ਉਹਦਾ ਐਨਾਲਿਸਿਸ ਕਰਕੇ ਆਪਣੇ ਆਪ ਨੂੰ ਸੁਧਾਰਨਾ ਹੈ ਫਿਰ ਤੇ ਆਪਣੇ ਆਪ ਨੂੰ ਸੁਧਾਰੀਏ ਤੇ ਜੇ ਕੋਈ ਐਵੇਂ ਆਇਆ ਤੇ ਕੋਈ ਨਿੰਦਾ ਕਰਕੇ ਚਲਾ ਗਿਆ ਕੋਈ ਗਾਲੀ ਗਲੋਚ ਕੱਢ ਕੇ ਚਲਾ ਗਿਆ ਮੇਰੇ ਮਨ ਨੂੰ ਪਤਾ ਹੈ ਮੈਂ ਅੰਦਰੋਂ ਕਿਹੋ ਜਿਹਾ ਇਮਾਨਦਾਰੀ ਨਾਲ ਦੇਖਾਂਗੇ ਤੇ ਫਿਰ ਸਭ ਕੁਝ ਪਤਾ ਹੈ ਤੇ ਫਿਰ ਅਸੀਂ ਦੂਜੇ ਨੂੰ ਮੁੜ ਕੇ ਗਾਲੀ ਗਲੋਚ ਨਹੀਂ ਕੱਢਾਂਗੇ ਅਸੀਂ ਸਥਿਰ ਰਹਾਂਗੇ ਅਸੀਂ ਆਪਣਾ ਆਪ ਜਿਹੜਾ ਹੈ ਨਾ ਉਹ ਦੇਖਣਾ ਹੈ ਤੇ ਆਪਣਾ ਆਪ ਸਵਾਰਨਾ ਹੈ ਉਹ ਇਹੋ ਹੀ ਇਬਾਦਤ ਆ ਇਹੋ ਹੀ ਬੰਦਗੀ ਆ ਇਹੋ ਹੀ ਸਭ ਕੁਝ ਹੈ ਜਿਹੜੀ ਅਸੀਂ ਇਹ ਵਾਰਾਂ ਪੜ੍ਹ ਰਹੇ ਹਾਂ ਇਹਨਾਂ ਵਾਰਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕਰ ਰਹੇ ਹਾਂ ਇਹਦਾ ਮਤਲਬ ਇਹੋ ਹੀ ਆ ਕਿ ਇਸ ਇਬਾਦਤ ਨੂੰ ਇਹਨਾਂ ਪੰਕਤੀਆਂ ਨੂੰ ਆਪਾਂ ਕਿਤੇ ਆਪਣੇ ਆਪ ਤੇ ਲਾ ਕੇ ਦੇਖੀਏ ਤੇ ਫਿਰ ਪਤਾ ਲੱਗੂਗਾ ਵੀ ਅਸੀਂ ਸਾਨੂੰ ਇੱਕ ਵਾਰੀ ਬਾਬਾ ਸੱਤਾ ਜੀ ਬਲਵੰਡ ਜੀ ਨੇ ਦੱਸ ਦਿੱਤਾ ਹੈ ਸਾਡੇ ਪਾਤਸ਼ਾਹ ਦਾ ਜੀਵਨ ਅਸੀਂ ਉਹਨਾਂ ਦੇ ਜੀਵਨ ਤੋਂ ਕੀ ਸੇਧ ਲੈਂਦੇ ਆ ਇਹ ਆਪਾਂ ਨਾਲ ਨਾਲ ਜ਼ਰੂਰ ਵਿਚਾਰ ਕਰਨੀ ਆ ਜ਼ਰੂਰ ਆਪਣੇ ਉੱਤੇ ਲਾ ਕੇ ਅੱਧਾ ਘੰਟਾ 10 ਮਿੰਟ 15 ਮਿੰਟ ਇੱਕ ਵਾਰੀ ਜ਼ਰੂਰ ਆਪਾਂ ਦਿਨ ਦੇ ਵਿੱਚ ਕਿਤੇ ਬੈਠਿਆ ਕਰੀਏ ਤੇ ਬੈਠ ਕੇ ਆਪਣੇ ਆਪ ਤੇ ਵਿਚਾਰ ਕਰੀਏ ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਕੋਈ ਇੱਕ ਪੰਕਤੀ ਚੁੱਕ ਕੇ ਵੀ ਆਪਣੇ ਆਪ ਤੇ ਲਾ ਲਈ ਤੇ ਪਤਾ ਲੱਗ ਜੂਗਾ ਕਿੱਥੇ ਖੜੇ ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਇੰਨੀਆਂ ਵਿਚਾਰਾਂ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ ਉਹਨਾਂ ਗਲਤੀਆਂ ਦੀ ਖਿਮਾ ਮੰਗਦੀ ਹੋਈ ਆਓ ਜੀ ਫਤਿਹ ਦੇ ਨਾਲ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।